ओशो का अगला प्रवचन। ਮੇਰੇ ਪਿਆਰੇ ਆਪਣੇ, ਇੱਕ ਮਿੱਤਰ ਨੇ ਪੁੱਛਿਆ ਹੈ ਕਿ ਮੈਂ ਸੱਚ ਨੂੰ ਜਾਂ ਪਰਮਾਤਮਾ ਨੂੰ ਪਾਉਣ ਦੀ ਜੋ ਵਿਧੀ ਦੱਸੀ ਹੈ, ਸਭ ਤੋਂ ਮਨਾ ਕਰਕੇ ਤੇ ਆਪਣੇ ਆਪ ਨੂੰ ਜਾਣਨ ਦੀ, ਕੀ ਇਸ ਤੋਂ ਉਲਟਾ ਨਹੀਂ ਹੋ ਸਕਦਾ ਕਿ ਅਸੀਂ ਸਭ ਵਿੱਚ ਹੀ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਸਰਬ 'ਚੋਂ ਹੀ ਹੈ ਇਹ ਭਾਵ ਕਰੀਏ। ਇਹਨੂੰ ਜ਼ਰਾ ਸਮਝਣਾ ਉਪਯੋਗੀ ਹੋਏਗਾ। ਜੋ ਵਿਅਕਤੀ ਆਪਣੇ 'ਚ ਪਰਮਾਤਮਾ ਨੂੰ ਨਹੀਂ ਜਾਣਦਾ, ਉਹ ਸਰਬ 'ਚ ਉਹਨੂੰ ਕਦੀ ਵੀ ਨਹੀਂ ਜਾਣ ਸਕਦਾ। ਜੋ ਅਜੇ ਆਪਣੇ ਵਿੱਚ ਹੀ ਉਹਨੂੰ ਨਹੀਂ ਪਛਾਣ ਪਾਇਆ, ਉਹ ਹੋਰ ਕਿਸੇ 'ਚ ਉਹਨੂੰ ਨਹੀਂ ਪਛਾਣ ਸਕਦਾ। ਇਹਦਾ ਮਤਲਬ ਜੋ ਮੇਰੇ ਨੇੜੇ ਤੋਂ ਨੇੜੇ ਹੈ ਤੇ ਫਿਰ ਤਾਂ ਕੋਈ ਵੀ ਹੋਏਗਾ, ਮੈਥੋਂ ਕੁਝ ਦੂਰ ਹੋਰ ਦੂਰ ਹੀ ਹੋਏਗਾ। ਨੇੜੇ ਤੋਂ ਨੇੜੇ ਮੈਂ ਆ, ਉਸ 'ਚ ਵੀ ਮੈਨੂੰ ਪਰਮਾਤਮਾ ਦਿਖਾਈ ਨਾ ਪੈਂਦਾ ਹੋਵੇ ਤਾਂ ਮੈਥੋਂ ਜੋ ਦੂਰ ਹਨ ਉਹਨਾਂ 'ਚ ਤਾਂ ਕਦੇ ਵੀ ਨਹੀਂ ਦਿਖਾਈ ਦੇਗਾ। ਪਹਿਲਾਂ ਤਾਂ ਆਪਣੇ ਵਿੱਚ ਹੀ ਜਾਣਨਾ ਹੋਏਗਾ, ਪਹਿਲਾਂ ਤਾਂ ਜਾਣਨ ਵਾਲੇ 'ਚ ਹੀ ਜਾਣਨਾ ਹੋਏਗਾ। ਉਹ ਨੇੜੇ ਤੋਂ ਨੇੜੇ ਦਾ ਦੁਆਰ। ਪਰ ਧਿਆਨ ਰਹੇ, ਇਹ ਬਹੁਤ ਮਜ਼ੇ ਦੀ ਗੱਲ ਹੈ ਕਿ ਜੋ ਵਿਅਕਤੀ ਆਪਣੇ ਆਪ ਦੇ ਦੁਆਰ 'ਚ ਪ੍ਰਵੇਸ਼ ਕਰਦਾ, ਉਹ ਅਚਾਨਕ ਸਰਬ 'ਚ ਦਾਖਲ ਹੋ ਜਾਂਦਾ ਹੈ। ਆਪਣੇ ਆਪ ਦਾ ਦੁਆਰ ਸਰਬ ਦਾ ਹੀ ਦੁਆਰ ਹੈ। ਜੋ ਆਪਣੇ ਅੰਦਰ ਪ੍ਰਵੇਸ਼ ਕਰਦਾ, ਉਹ ਅੰਦਰ ਪਹੁੰਚਦਿਆਂ ਹੀ ਪਾਉਂਦਾ ਹੈ ਕਿ ਉਹ ਸਭ ਦੇ ਅੰਦਰ ਪਹੁੰਚ ਗਿਆ, ਕਿਉਂਕਿ ਬਾਹਰ ਤੋਂ ਅਸੀਂ ਸਾਰੇ ਵੱਖੋ ਵੱਖਰੇ ਹਾਂ, ਪਰ ਅੰਦਰ ਤੋਂ ਅਸੀਂ ਵੱਖੋ ਵੱਖਰੇ ਨਹੀਂ ਹਾਂ। ਜੇਕਰ ਕੋਈ ਵਿਅਕਤੀ ਇੱਕ ਬਿਰਛ ਦੇ ਇੱਕ ਪੱਤੇ ਨੂੰ ਬਾਹਰ ਤੋਂ ਲੱਭਣ ਜਾਵੇ ਤਾਂ ਸਾਰੇ ਪੱਤੇ ਵੱਖੋ ਵੱਖਰੇ ਹਨ। ਜੇਕਰ ਇੱਕ ਪੱਤੇ ਦੇ ਅੰਦਰ ਵੀ ਦਾਖਲ ਹੋ ਜਾਏ ਤਾਂ ਉਸ ਬਿਰਛ ਦੀ ਮੂਲ ਧਾਰਾ 'ਚ ਪਹੁੰਚ ਜਾਏਗਾ, ਜਿੱਥੇ ਸਾਰੇ ਪੱਤੇ ਇਕੱਠੇ ਹਨ। ਇੱਕ ਪੱਤੇ ਨੂੰ ਵੱਖਰੇ ਤੌਰ ਤੇ ਦੇਖੇਗਾ ਤਾਂ ਇੱਕ ਪੱਤਾ ਵੱਖੋ ਵੱਖਰਾ ਹੈ, ਪਰ ਕਿਸੇ ਵੀ ਪੱਤੇ ਨੂੰ ਅੰਦਰ ਤੋਂ ਜਾਣ ਲਵੇ ਤਾਂ ਬਿਰਛ ਦੀ ਇਸ ਮੂਲ ਧਾਰਾ 'ਚ ਪਹੁੰਚ ਜਾਏਗਾ, ਜਿੱਥੋਂ ਸਾਰੇ ਪੱਤੇ ਨਿਕਲਦੇ ਆ, ਜਿੱਥੇ ਸਾਰੇ ਪੱਤੇ ਲੋਪ ਹੋ ਜਾਂਦੇ ਆ। ਜੇਕਰ ਅਸੀਂ ਆਪਣੇ ਅੰਦਰ ਉਤਰ ਜਾਈਏ ਤਾਂ ਅਸੀਂ ਸਰਬ ਦੇ ਅੰਦਰ ਵੀ ਉਤਰ ਜਾਂਦੇ ਹਾਂ। ਜਦ ਤੱਕ ਅਸੀਂ ਆਪਣੇ ਅੰਦਰ ਨਹੀਂ ਉਤਰੇ, ਤਦ ਤੱਕ ਮੈਂ ਤੇ ਤੂੰ ਦਾ ਭੇਦ ਹੈ। ਜਿਸ ਦਿਨ ਅਸੀਂ ਮੈਂ ਦੇ ਅੰਦਰ ਉਤਰ ਜਾਵਾਂਗੇ, ਉਸ ਦਿਨ ਮੈਂ ਵੀ ਮਿਟ ਜਾਂਦਾ ਹੈ ਤੇ ਤੂੰ ਵੀ। ਉਸ ਦਿਨ ਸਰਬ ਹੀ ਬਾਕੀ ਰਹਿ ਜਾਂਦਾ ਹੈ। ਅਸਲ 'ਚ ਸਰਬ ਦਾ ਮਤਲਬ ਅਜਿਹਾ ਨਹੀਂ ਹੈ ਕਿ ਮੈਂ ਤੇ ਤੂੰ ਦੇ ਜੋੜ ਦਾ ਨਾਂ ਸਰਬ ਹੈ। ਅਜਿਹਾ ਨਹੀਂ। ਸਰਬ ਦਾ ਅਰਥ ਮੈਂ ਤੇ ਸਭ ਤੂੰ ਦਾ ਜੋੜ ਨਹੀਂ ਹੈ। ਸਰਬ ਦਾ ਅਰਥ ਜਿੱਥੇ ਮੈਂ ਨਾ ਰਹਿ ਗਿਆ, ਤੂੰ ਨਾ ਰਹਿ ਗਿਆ, ਫਿਰ ਜੋ ਬਾਕੀ ਰਹਿ ਜਾਂਦਾ ਉਹਦਾ ਨਾਂ ਸਰਬ ਹੈ। ਜੇਕਰ ਮੇਰਾ ਮੈਂ ਅਜੇ ਨਹੀਂ ਮਿਟਿਆ ਤਾਂ ਮੈਂ ਸਰਬ ਦਾ ਜੋੜ ਹੀ ਕਰ ਸਕਦਾ, ਪਰ ਉਹ ਜੋੜ ਸੱਚ ਨਹੀਂ ਹੋਏਗਾ। ਸਾਰੇ ਪੱਤਿਆਂ ਨੂੰ ਵੀ ਮੈਂ ਜੋੜ ਲਵਾਂ ਤਾਂ ਵੀ ਬਿਰਛ ਨਹੀਂ ਬਣਦਾ, ਭਾਵੇਂ ਕਿ ਬਿਰਛ ਵਿੱਚ ਸਾਰੇ ਪੱਤੇ ਜੁੜੇ ਹਨ। ਬਿਰਛ ਸਾਰੇ ਪੱਤਿਆਂ ਦੇ ਜੋੜ ਤੋਂ ਵੱਧ ਹੈ। ਅਸਲ 'ਚ ਜੋੜ ਨਾਲ ਕੋਈ ਸੰਬੰਧ ਹੀ ਨਹੀਂ ਹੈ। ਜੋੜਨਾ ਹੀ ਗਲਤ ਹੈ। ਜੋੜਨ 'ਚ ਅਸੀਂ ਵੱਖ-ਵੱਖ ਮੰਨ ਹੀ ਲਿਆ। ਬਿਰਛ ਵੱਖ-ਵੱਖ ਹੈ ਹੀ ਨਹੀਂ। ਜਿਵੇਂ ਅਸੀਂ ਮੈਂ 'ਚ ਉਤਰ ਜਾਈਏ, ਉਵੇਂ ਮੈਂ ਲੋਪ ਹੋ ਜਾਂਦਾ। ਆਪਣੇ 'ਚ ਉਤਰਦਿਆਂ ਹੀ ਜੋ ਸਭ ਤੋਂ ਪਹਿਲੀ ਚੀਜ਼ ਮਿਟਦੀ ਹੈ, ਉਹ ਆਪੇ ਦਾ ਹੋਣਾ ਹੈ। ਜਿੱਥੇ ਆਪਾ ਮਿਟ ਗਿਆ, ਉੱਥੇ ਤੂੰ ਵੀ ਮਿਟ ਗਿਆ, ਪਰਾਇਆ ਵੀ ਮਿਟ ਗਿਆ, ਫਿਰ ਜੋ ਬਾਕੀ ਰਹਿ ਜਾਂਦਾ ਹੈ ਉਹ ਸਰਬ ਹੈ। ਬਹੁਤ ਮਜ਼ੇ ਦੀ ਗੱਲ ਹੈ। ਉਹ ਇਹ ਕਹਿੰਦੇ ਆ ਕਿ ਦੋ ਨਹੀਂ ਬਚਦੇ। ਉਹ ਇਹ ਨਹੀਂ ਕਹਿੰਦੇ ਕਿ ਇੱਕ ਬਚ ਜਾਂਦਾ, ਉਹ ਕਹਿੰਦੇ ਆ ਕਿ ਦੋ ਨਹੀਂ ਬਚਦੇ। ਇਸ ਲਈ ਅਦਵੈਤ ਦਾ ਮਤਲਬ ਹੈ ਇੱਥੇ ਦੋ ਨਹੀਂ ਹੈ। ਇਹ ਉਲਟਾ ਕਹਿਣ ਦੀ ਲੋੜ ਹੈ। ਸਿੱਧਾ ਕਹੋ ਨਾ ਕਿ ਇੱਕ ਹੈ, ਪਰ ਇੱਕ ਕਹਿਣ 'ਚ ਖਤਰਾ ਹੈ, ਕਿਉਂਕਿ ਇੱਕ ਤੋਂ ਦੋ ਦਾ ਖਿਆਲ ਪੈਦਾ ਹੁੰਦਾ ਹੈ। ਤੇ ਜਦ ਅਸੀਂ ਕਹਿੰਦੇ ਹਾਂ ਜਿੱਥੇ ਦੋ ਨਹੀਂ, ਉੱਥੇ ਤਿੰਨ ਵੀ ਨਹੀਂ, ਉੱਥੇ ਇੱਕ ਵੀ ਨਹੀਂ, ਉੱਥੇ ਅਨੇਕ ਵੀ ਨਹੀਂ, ਉੱਥੇ ਸਰਬ ਵੀ ਨਹੀਂ ਹੈ। ਉਹਨੂੰ ਸਰਬ ਕਹਿਣਾ ਠੀਕ ਨਹੀਂ, ਕਿਉਂਕਿ ਸਰਬ ਸ਼ਬਦ ਪੁਰਾਣੇ ਮੈਂ ਦੀ ਹੀ ਭਾਸ਼ਾ ਹੈ। ਇਸ ਲਈ ਜੋ ਜਾਣਦੇ ਹਨ ਉਹਨੂੰ ਸਰਬ ਹੀ ਨਹੀਂ ਕਹਿਣਗੇ, ਕਿਉਂਕਿ ਉਹ ਕਹਿਣਗੇ ਕਿਹਦਾ ਜੋੜ, ਕੌਣ ਸਭ। ਤਦ ਉਹ ਕਹਿਣਗੇ ਇੱਕ ਹੀ ਬਚ ਜਾਂਦਾ ਹੈ, ਪਰ ਸ਼ਾਇਦ ਉਹ ਇੱਕ ਕਹਿਣ 'ਚ ਵੀ ਝਿਜਕਣਗੇ, ਕਿਉਂਕਿ ਇੱਕ ਕਹਿਣ ਨਾਲ ਦੋ ਦਾ ਖਿਆਲ ਪੈਦਾ ਹੁੰਦਾ ਹੈ। ਅਸਲ 'ਚ ਉਹ ਜੋ ਸਾਡੇ ਦੇਖਣ ਦੀ ਦੁਨੀਆ ਸੀ, ਮੈਂ ਦੇ ਹੁੰਦਿਆਂ ਉਹਦੀ ਵਜ੍ਹਾ ਨਾਲ ਵੰਡਾਰਾ ਪੈਦਾ ਹੋਇਆ ਸੀ। ਹੁਣ ਅਣਵੰਡਿਆ ਜੋ ਵੀ ਹੈ, ਅਣਵੰਡਿਆ ਇੰਡੀਵਿਜ਼ੀਬਲ ਬਾਕੀ ਰਹਿ ਗਿਆ। ਪਰ ਉਹਨੂੰ ਜਾਣਨ ਦੇ ਲਈ ਜੇਕਰ ਕੋਈ ਅਜਿਹਾ ਕਰੇ, ਜਿਵੇਂ ਮੇਰੇ ਮਿੱਤਰ ਨੇ ਪੁੱਛਿਆ ਹੈ ਕਿ ਅਜਿਹਾ ਜੇਕਰ ਕਰੇ ਕਿ ਸਭ ਵਿੱਚ ਪਰਮਾਤਮਾ ਦੀ ਕਲਪਨਾ ਕਰੇ, ਪਰ ਉਹ ਕਲਪਨਾ ਹੀ ਹੋਏਗੀ ਤੇ ਕਲਪਨਾ ਸੱਚ ਨਹੀਂ ਹੈ। ਮੇਰੇ ਕੋਲ ਇੱਕ ਫਕੀਰ ਨੂੰ ਲਿਆਇਆ ਗਿਆ ਸੀ ਬਹੁਤ ਦਿਨ ਪਹਿਲਾਂ। ਜੋ ਲੋਕ ਉਹਨਾਂ ਨੂੰ ਲਿਆਏ ਸਨ, ਉਹਨਾਂ ਨੇ ਮੈਨੂੰ ਕਿਹਾ ਕਿ ਉਸ ਫਕੀਰ ਨੂੰ ਹਰ ਜਗ੍ਹਾ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ।
ਅੱਜ 30 ਸਾਲਾਂ ਤੋਂ ਲਗਾਤਾਰ ਉਹਨਾਂ ਨੂੰ ਹਰੇਕ ਚੀਜ਼ 'ਚ ਪਰਮਾਤਮਾ ਦੇ ਦਰਸ਼ਨ ਹੁੰਦੇ ਹਨ। ਫੁੱਲ ਵਿੱਚ, ਪੌਦੇ ਵਿੱਚ, ਪੱਥਰ ਵਿੱਚ, ਸਭ ਵਿੱਚ। ਮੈਂ ਉਸ ਫਕੀਰ ਨੂੰ ਪੁੱਛਿਆ ਕਿ ਤੁਹਾਨੂੰ ਇਹ ਦਰਸ਼ਨ ਕਿਸੇ ਅਭਿਆਸ ਨਾਲ ਤਾਂ ਨਹੀਂ ਹੋਏ? ਜੇਕਰ ਅਭਿਆਸ ਨਾਲ ਹੋਏ ਤਾਂ ਦਰਸ਼ਨ ਬੜੇ ਝੂਠੇ ਹਨ। ਉਹਨਾਂ ਨੇ ਕਿਹਾ, ਮੈਂ ਸਮਝਿਆ ਨਹੀਂ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਕਦੇ ਸਭ ਵਿੱਚ ਪਰਮਾਤਮਾ ਨੂੰ ਵੇਖਣ ਦੀ ਕਲਪਨਾ ਤੇ ਚਾਹਨਾ ਤਾਂ ਨਹੀਂ ਕੀਤੀ ਸੀ? ਤਾਂ ਉਹਨਾਂ ਨੇ ਕਿਹਾ ਕਿ ਯਕੀਨਨ ਹੀ 30 ਸਾਲ ਪਹਿਲਾਂ ਮੈਂ ਸਾਧਨਾ ਸ਼ੁਰੂ ਕੀਤੀ ਸੀ ਕਿ ਮੈਂ ਹਰੇਕ ਚੀਜ਼ 'ਚ ਪਰਮਾਤਮਾ ਨੂੰ ਵੇਖਣ ਦਾ ਯਤਨ ਕਰਦਾ ਸੀ। ਪੱਥਰ 'ਚ ਭਗਵਾਨ, ਪੌਦੇ 'ਚ ਭਗਵਾਨ, ਪਹਾੜ 'ਚ ਭਗਵਾਨ, ਸਭ ਵਿੱਚ ਭਗਵਾਨ, ਇਹਨੂੰ ਮੈਂ ਦੇਖਣ ਦਾ ਯਤਨ ਕਰਦਾ ਸੀ। ਫਿਰ ਮੈਨੂੰ ਭਗਵਾਨ ਦਿਖਾਈ ਦੇਣ ਲੱਗ ਪਏ ਤਾਂ ਮੈਂ ਉਹਨਾਂ ਨੂੰ ਕਿਹਾ, 3 ਦਿਨ ਮੇਰੇ ਕੋਲ ਰੁਕ ਜਾਓ ਤੇ 3 ਦਿਨ ਕਿਰਪਾ ਕਰਕੇ ਯਤਨ ਨਾ ਕਰੋ। ਸਭ ਭਗਵਾਨ ਹੈ, ਇਹਦਾ ਯਤਨ ਨਾ ਕਰੋ। ਉਹ ਮੇਰੇ ਕੋਲ ਰੁਕ ਗਏ। ਦੂਜੇ ਦਿਨ ਸਵੇਰੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਤਾਂ ਮੈਨੂੰ ਬੜਾ ਨੁਕਸਾਨ ਪਹੁੰਚਾਇਆ। 12 ਘੰਟੇ ਹੀ ਮੈਂ ਯਤਨ ਨਹੀਂ ਕੀਤਾ ਤਾਂ ਮੈਨੂੰ ਪੱਥਰ ਦਿਖਾਈ ਦੇਣ ਲੱਗ ਪਿਆ, ਪਹਾੜ ਦਿਖਾਈ ਦੇਣ ਲੱਗਿਆ। ਤੁਸੀਂ ਤਾਂ ਮੇਰਾ ਭਗਵਾਨ ਖੋਹ ਲਿਆ। ਤੁਸੀਂ ਕਿਹੋ ਜਿਹੇ ਆਦਮੀ ਹੋ? ਤੁਸੀਂ ਤਾਂ ਮੈਨੂੰ ਬੜਾ ਨੁਕਸਾਨ ਪਹੁੰਚਾ ਦਿੱਤਾ। ਮੈਂ ਉਹਨਾਂ ਨੂੰ ਕਿਹਾ ਕਿ ਜੋ ਭਗਵਾਨ 12 ਘੰਟੇ ਅਭਿਆਸ ਛੱਡਣ ਨਾਲ ਛੁੱਟ ਜਾਂਦਾ ਹੋਵੇ, ਉਹ ਭਗਵਾਨ ਨਹੀਂ ਸੀ, ਸਿਰਫ ਅਭਿਆਸ ਦੇ ਕਾਰਨ ਭੁਲੇਖਾ ਸੀ। ਜਿਵੇਂ ਕੋਈ ਆਦਮੀ ਕਿਸੇ ਚੀਜ਼ ਨੂੰ ਜ਼ੋਰ ਨਾਲ ਦੁਹਰਾਉਂਦਾ ਰਹੇ ਤਾਂ ਇੱਕ ਭਰਮ ਪੈਦਾ ਕਰ ਲੈਂਦਾ ਹੈ। ਨਹੀਂ, ਪੱਥਰ 'ਚ ਭਗਵਾਨ ਦੇਖਣੇ ਨਹੀਂ ਹਨ। ਉਸ ਹਾਲਤ 'ਚ ਪਹੁੰਚਣਾ ਹੈ ਜਿੱਥੇ ਪੱਥਰ 'ਚ ਭਗਵਾਨ ਦੇ ਸਿਵਾਏ ਕੁਝ ਹੋਰ ਦੇਖਣ ਨੂੰ ਬਾਕੀ ਨਹੀਂ ਰਹਿ ਜਾਂਦਾ। ਇਹ ਦੋਵੇਂ ਵੱਖਰੀਆਂ ਗੱਲਾਂ ਹਨ। ਪੱਥਰ 'ਚ ਭਗਵਾਨ ਦੇਖਣ ਦੀ ਕੋਸ਼ਿਸ਼ ਨਾਲ ਪੱਥਰ 'ਚ ਭਗਵਾਨ ਦਿਖਾਈ ਪੈਣ ਲੱਗਣਗੇ, ਪਰ ਉਹ ਭਗਵਾਨ ਪ੍ਰੋਜੈਕਸ਼ਨ ਤੋਂ ਵੱਧ ਨਹੀਂ ਹਨ। ਉਹ ਤੁਹਾਡੀ ਕਲਪਨਾ ਨੂੰ ਪੱਥਰ ਉੱਤੇ ਥਾਪਿਆ ਗਿਆ ਹੈ। ਤੁਸੀਂ ਥੋਪ ਦਿੱਤਾ ਹੈ ਪੱਥਰ ਉੱਪਰ ਭਗਵਾਨ ਨੂੰ। ਉਹ ਭਗਵਾਨ ਬਿਲਕੁਲ ਤੁਹਾਡੇ ਬਣਾਏ ਹੋਏ ਹਨ। ਉਹ ਭਗਵਾਨ ਬਿਲਕੁਲ ਤੁਹਾਡੀ ਕਲਪਨਾ ਦਾ ਵਿਸਥਾਰ ਹਨ। ਉਹ ਤੁਹਾਡੇ ਸੁਪਨੇ ਤੋਂ ਵੱਧ ਨਹੀਂ ਤੇ ਤੁਸੀਂ ਦੁਹਰਾ ਕੇ ਸੁਪਨੇ ਨੂੰ ਮਜ਼ਬੂਤ ਕਰਦੇ ਰਹੋਗੇ। ਹਾਂ, ਇੱਕ ਦਿਨ ਅਜਿਹਾ ਜ਼ਰੂਰ ਆਉਂਦਾ ਜਦ ਖੁਦ ਮਿਟ ਜਾਂਦਾ ਹੈ ਵਿਅਕਤੀ, ਤਦ ਸਿਵਾਏ ਭਗਵਾਨ ਦੇ ਹੋਰ ਕੋਈ ਦਿਖਾਈ ਨਹੀਂ ਪੈਂਦਾ। ਤਦ ਅਜਿਹਾ ਨਹੀਂ ਹੁੰਦਾ ਕਿ ਪੱਥਰ 'ਚ ਭਗਵਾਨ ਹੈ, ਤਦ ਅਜਿਹਾ ਹੁੰਦਾ ਕਿ ਪੱਥਰ ਕਿੱਥੇ ਹੈ, ਭਗਵਾਨ ਹੀ ਹੈ। ਮੇਰਾ ਫਰਕ ਸਮਝ ਰਹੇ ਹੋ ਤੁਸੀਂ? ਤਦ ਅਜਿਹਾ ਨਹੀਂ ਹੁੰਦਾ ਕਿ ਪੱਥਰ 'ਚ ਪੌਦੇ ਵਿੱਚ ਭਗਵਾਨ ਹੈ, ਪੌਦਾ ਵੀ ਹੈ, ਉਸ 'ਚ ਭਗਵਾਨ ਵੀ ਹੈ। ਅਜਿਹਾ ਨਹੀਂ ਹੁੰਦਾ। ਤਦ ਅਜਿਹਾ ਹੁੰਦਾ ਕਿ ਪੌਦਾ ਕਿੱਥੇ ਗਿਆ, ਪੱਥਰ ਕਿੱਥੇ ਗਿਆ, ਪਹਾੜ ਕਿੱਥੇ ਗਿਆ, ਕਿਉਂਕਿ ਜੋ ਬਾਕੀ ਰਹਿ ਗਿਆ ਉਹ ਭਗਵਾਨ ਹੀ ਹੈ। ਤੇ ਤਦ ਤੁਹਾਡੇ ਅਭਿਆਸ ਤੇ ਨਿਰਭਰ ਨਹੀਂ, ਉਹ ਗੱਲ ਤੁਹਾਡੇ ਅਨੁਭਵ ਤੇ ਨਿਰਭਰ ਹੈ। ਸਭ ਤੋਂ ਵੱਡਾ ਖਤਰਾ ਜੋ ਹੈ ਸਾਧਨਾ ਦੀ ਦੁਨੀਆ 'ਚ, ਉਹ ਕਲਪਨਾ ਦਾ ਖਤਰਾ ਹੈ। ਸਭ ਤੋਂ ਵੱਡਾ ਖਤਰਾ ਜੋ ਹੈ ਉਹ ਇਹ ਹੈ ਕਿ ਅਸੀਂ ਉਹਨਾਂ ਸੱਚਾਈਆਂ ਦੀ ਕਲਪਨਾ ਵੀ ਕਰ ਸਕਦੇ ਹਾਂ ਜਿਨ੍ਹਾਂ ਸੱਚਾਈਆਂ ਦਾ ਅਨੁਭਵ ਹੋਣਾ ਚਾਹੀਦਾ ਹੈ। ਅਨੁਭਵ ਤੇ ਕਲਪਨਾ 'ਚ ਭੇਦ ਹੈ। ਇੱਕ ਆਦਮੀ ਨੇ ਦਿਨ ਭਰ ਖਾਣਾ ਨਹੀਂ ਖਾਧਾ, ਰਾਤੀ ਸੁਪਨੇ 'ਚ ਭੋਜਨ ਕਰ ਲੈਂਦਾ ਹੈ। ਜਿੱਥੋਂ ਤੱਕ ਭੋਜਨ ਸੁਪਨੇ 'ਚ ਕਰਨ ਦਾ ਸੰਬੰਧ ਹੈ, ਸੁਪਨੇ 'ਚ ਬੜੀ ਤ੍ਰਿਪਤੀ ਮਿਲ ਜਾਂਦੀ ਹੈ ਭੋਜਨ ਕਰਨ ਦੀ। ਸ਼ਾਇਦ ਜਾਗਦੇ ਹੋਏ ਇੰਨਾ ਆਨੰਦ ਨਹੀਂ ਆਉਂਦਾ ਜਿੰਨਾ ਸੁਪਨੇ 'ਚ ਭੋਜਨ ਕਰਕੇ ਆਉਂਦਾ ਹੈ, ਕਿਉਂਕਿ ਜਿੰਨਾ ਚਾਹੇ ਤੇ ਜਿਹੋ ਜਿਹਾ ਚਾਹੇ ਉਹੋ ਜਿਹਾ ਭੋਜਨ ਕਰ ਲੈਂਦਾ ਹੈ। ਪਰ ਸਵੇਰੇ ਉੱਠ ਕੇ ਉਸ ਭੋਜਨ ਨਾਲ ਪੇਟ ਨਹੀਂ ਭਰ ਜਾਂਦਾ, ਨਾ ਉਸ ਭੋਜਨ ਨਾਲ ਖੂਨ ਬਣਦਾ। ਜੇਕਰ ਸੁਪਨੇ ਦੇ ਭੋਜਨ ਤੇ ਕੋਈ ਆਦਮੀ ਜਿਉਂਦਾ ਰਹਿਣ ਲੱਗੇ ਤਾਂ ਅੱਜ ਨਹੀਂ ਕੱਲ ਮਰੇਗਾ, ਜਿਉਂਦਾ ਨਹੀਂ ਰਹਿ ਸਕਦਾ, ਕਿਉਂਕਿ ਸੁਪਨੇ ਦਾ ਭੋਜਨ ਕਿੰਨੀ ਵੀ ਤ੍ਰਿਪਤੀ ਦਿੰਦਾ ਹੋਵੇ ਫਿਰ ਵੀ ਭੋਜਨ ਨਹੀਂ ਹੈ। ਸੁਪਨੇ 'ਚ ਸਿਰਫ ਧੋਖਾ ਬਣ ਸਕਦਾ ਹੈ। ਸੁਪਨੇ ਦੇ ਭੋਜਨ ਹੀ ਨਹੀਂ ਹੁੰਦੇ, ਸੁਪਨੇ ਦੇ ਭਗਵਾਨ ਵੀ ਹੁੰਦੇ ਹੈ ਤੇ ਸੁਪਨੇ ਦਾ ਮੋਕਸ਼ ਵੀ ਹੁੰਦਾ ਹੈ। ਅਸੀਂ ਸੁਪਨੇ ਦੀ ਸੁਪਨੇ ਦੀ ਸ਼ਾਂਤੀ ਵੀ ਹੁੰਦੀ ਹੈ। ਸੁਪਨੇ ਦੇ ਸੱਚ ਵੀ ਹੁੰਦੇ ਹੈ। ਬੰਦੇ ਦੇ ਮਨ ਦੀ ਸਭ ਤੋਂ ਵੱਡੀ ਸਮਰੱਥਾ ਜੋ ਹੈ ਉਹ ਖੁਦ ਨੂੰ ਧੋਖਾ ਦੇ ਲੈਣ ਦੀ ਸਮਰੱਥਾ ਹੈ। ਪਰ ਉਸ ਤਰ੍ਹਾਂ ਦੇ ਧੋਖੇ 'ਚ ਪੈਣ ਨਾਲ ਕੋਈ ਕਦੇ ਵੀ ਆਨੰਦ ਦੀ ਮੁਕਤੀ ਨੂੰ ਉਪਲਬਧ ਨਹੀਂ ਹੋ ਸਕਦਾ। ਇਸ ਲਈ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਤੁਸੀਂ ਸਭ ਵਿੱਚ ਭਗਵਾਨ ਦੇਖਣਾ ਸ਼ੁਰੂ ਕਰੋ। ਮੈਂ ਤੁਹਾਨੂੰ ਸਿਰਫ ਇਹ ਕਹਿਣਾ ਕਿ ਤੁਸੀਂ ਅੰਦਰ ਦੇਖਣਾ ਸ਼ੁਰੂ ਕਰੋ ਕਿ ਉੱਥੇ ਕੀ ਹੈ। ਤੇ ਜਦ ਤੁਸੀਂ ਅੰਦਰ ਦੇਖਣਾ ਸ਼ੁਰੂ ਕਰੋਗੇ ਕਿ ਉੱਥੇ ਕੀ ਹੈ ਤਾਂ ਸਭ ਤੋਂ ਪਹਿਲਾਂ ਜੋ ਵਿਅਕਤੀ ਵਿਦਾ ਹੋ ਜਾਏਗਾ ਉਹ ਤੁਸੀਂ ਸਭ ਤੋਂ ਪਹਿਲਾਂ ਵਿਦਾ ਹੋ ਜਾਓਗੇ। ਤੁਸੀਂ ਨਹੀਂ ਬਚੋਗੇ ਉੱਥੇ ਅੰਦਰ। ਪਹਿਲੀ ਵਾਰ ਤੁਸੀਂ ਪਾਓਗੇ ਕਿ ਮੇਰੇ ਹੋਣ ਦਾ ਵੱਡਾ ਭਰਮ ਸੀ ਕਿ ਮੈਂ ਹਾਂ, ਇਹ ਤਾਂ ਗੁਆਚ ਗਿਆ, ਇਹ ਤਾਂ ਵਿਦਾ ਹੋ ਗਿਆ। ਅੰਦਰ ਝਾਕਦਿਆਂ ਹੀ ਮੈਂ ਪਹਿਲਾਂ ਵਿਦਾ ਹੋ ਜਾਂਦਾ ਹੈ, ਹੰਕਾਰ ਪਹਿਲਾਂ ਵਿਦਾ ਹੋ ਜਾਂਦਾ ਹੈ। ਅਸਲ 'ਚ ਅਸੀਂ ਝਾਕ ਕੇ ਨਹੀਂ ਦੇਖਿਆ, ਤਦੇ ਤੱਕ ਮਾਲੂਮ ਹੁੰਦਾ ਹੈ ਕਿ ਮੈਂ ਹਾਂ। ਤੇ ਸ਼ਾਇਦ ਇਸੇ ਲਈ ਅਸੀਂ ਅੰਦਰ ਝਾਕ ਕੇ ਦੇਖਣ ਤੋਂ ਡਰਦੇ ਵੀ ਹਾਂ ਕਿ ਅੰਦਰ ਝਾਕ ਕੇ ਦੇਖੀਏ ਤਾਂ ਕਿਤੇ ਗੁਆਚ ਹੀ ਨਾ ਜਾਈਏ।
ਕਦੇ ਤੁਸੀਂ ਦੇਖਿਆ ਹੋਵੇਗਾ ਕੋਈ ਆਦਮੀ ਇੱਕ ਮਸ਼ਾਲ ਹੱਥ 'ਚ ਲੈ ਲਵੇ ਤੇ ਜ਼ੋਰ ਨਾਲ ਘੁਮਾਉਣ ਲੱਗੇ ਤਾਂ ਇੱਕ ਫਾਇਰ ਸਰਕਲ ਬਣ ਜਾਂਦਾ ਹੈ, ਇੱਕ ਅਗਨੀ ਵ੍ਰਿਤ ਬਣ ਜਾਂਦਾ ਹੈ। ਦਿਖਾਈ ਦੇਣ ਲੱਗਦਾ ਹੈ ਕਿ ਅੱਗ ਦਾ ਇੱਕ ਗੋਲ ਘੇਰਾ ਹੈ। ਗੋਲ ਘੇਰਾ ਕਿਤੇ ਵੀ ਨਹੀਂ ਹੈ, ਸਿਰਫ ਇੱਕ ਮਸ਼ਾਲ ਹੈ ਜੋ ਜ਼ੋਰ ਨਾਲ ਘੁੰਮ ਰਹੀ ਹੈ। ਜੇਕਰ ਤੁਸੀਂ ਨੇੜੇ ਜਾ ਕੇ ਗੌਰ ਨਾਲ ਦੇਖੋ ਤਾਂ ਗੋਲ ਘੇਰਾ ਮਿਟ ਜਾਏਗਾ, ਰਹਿ ਜਾਏਗੀ ਮਸ਼ਾਲ। ਪਰ ਤੇਜ਼ੀ ਨਾਲ ਘੁੰਮਣ ਦੀ ਵਜ੍ਹਾ ਨਾਲ ਮਸ਼ਾਲ ਗੋਲ ਘੇਰਾ ਮਾਲੂਮ ਹੁੰਦੀ ਹੈ ਅੱਗ ਦਾ। ਦੂਰ ਤੋਂ ਦੇਖਣ ਤੋਂ ਲੱਗਦਾ ਅੱਗ ਦਾ ਘੇਰਾ ਹੈ, ਗੋਲ ਘੇਰਾ ਹੈ ਕਿਤੇ ਵੀ ਨਹੀਂ, ਪਰ ਦਿਖਾਈ ਪੈਂਦਾ। ਪਰ ਜੇਕਰ ਨੇੜੇ ਜਾ ਕੇ ਪਛਾਣੋ ਤਾਂ ਪਤਾ ਲੱਗੇਗਾ ਕਿ ਜ਼ੋਰ ਨਾਲ ਘੁੰਮਦੀ ਹੋਈ ਮਸ਼ਾਲ ਹੈ। ਘੇਰਾ ਝੂਠ ਹੈ, ਅਗਨੀ ਵ੍ਰਿਤ ਝੂਠ ਹੈ। ਇਵੇਂ ਹੀ ਇਹ ਅੰਦਰ ਜੇਕਰ ਅਸੀਂ ਗੌਰ ਨਾਲ ਜਾ ਕੇ ਦੇਖਾਂਗੇ ਤਾਂ ਪਤਾ ਲੱਗਦਾ ਹੈ ਕਿ ਮੈਂ ਬਿਲਕੁਲ ਹੀ ਝੂਠ ਹੈ। ਤੇਜ਼ੀ ਨਾਲ ਘੁੰਮਦੀ ਹੋਈ ਚੇਤਨਾ ਦੇ ਕਾਰਨ ਮੈਂ ਦਾ ਭਰਮ ਪੈਦਾ ਹੋ ਜਾਂਦਾ ਹੈ। ਸ਼ਾਇਦ ਤੁਹਾਨੂੰ ਖਿਆਲ ਵੀ ਨਾ ਹੋਵੇ ਕਿ ਸਾਡੀ ਜ਼ਿੰਦਗੀ ਦੇ ਸਾਰੇ ਭਰਮ ਤੇਜ਼ੀ ਨਾਲ ਘੁੰਮਣ ਦੇ ਭਰਮ ਹਨ। ਕੰਧ ਠੋਸ ਦਿਖਾਈ ਦਿੰਦੀ ਹੈ, ਪੱਥਰ ਪਿਆ ਪੈਰ ਦੇ ਹੇਠਾਂ, ਕਿੰਨਾ ਸਾਫ਼ ਤੇ ਠੋਸ ਹੈ, ਪਰ ਵਿਗਿਆਨਕ ਕਹਿੰਦੇ ਹਨ ਕਿ ਠੋਸ ਪੱਥਰ ਜਿਹੀ ਕੋਈ ਚੀਜ਼ ਹੈ ਹੀ ਨਹੀਂ। ਤਾਂ ਅਸੀਂ ਬੜੀ ਮੁਸ਼ਕਲ 'ਚ ਪੈ ਜਾਵਾਂਗੇ। ਕੀ ਤੁਹਾਨੂੰ ਪਤਾ ਹੈ ਕਿ ਵਿਗਿਆਨਕ ਮੈਟਰ ਦੇ, ਪਦਾਰਥ ਦੇ ਜਿੰਨਾ ਹੀ ਨਜ਼ਦੀਕ ਗਿਆ ਉਨਾ ਹੀ ਪਦਾਰਥ ਲੋਪ ਹੋ ਗਿਆ। ਜਦ ਤੱਕ ਦੂਰ ਸੀ ਤਾਂ ਸਮਝਦਾ ਸੀ ਪਦਾਰਥ ਹੈ, ਤੇ ਸਭ ਤੋਂ ਵੱਧ ਵਿਗਿਆਨਕ ਹੀ ਐਲਾਨ ਕਰਦਾ ਸੀ ਕਿ ਪਦਾਰਥ ਹੀ ਸੱਚ ਹੈ। ਪਰ ਹੁਣ ਵਿਗਿਆਨਕ ਹੀ ਕਹਿੰਦਾ ਕਿ ਪਦਾਰਥ ਤਾਂ ਹੈ ਹੀ ਨਹੀਂ। ਤੇਜ਼ੀ ਨਾਲ ਘੁੰਮਦੇ ਹੋਏ ਬਿਜਲਈ ਕਣ ਇੰਨੀ ਤੇਜ਼ੀ ਨਾਲ ਘੁੰਮ ਰਹੇ ਹੈ ਕਿ ਉਹਨਾਂ ਦੀ ਤੇਜ਼ੀ ਨਾਲ ਘੁੰਮਣ ਦੀ ਵਜ੍ਹਾ ਨਾਲ ਠੋਸ ਪੁਣੇ ਦਾ ਭਰਮ ਪੈਦਾ ਹੁੰਦਾ ਹੈ। ਠੋਸ ਪੁਣਾ ਕਿਤੇ ਵੀ ਨਹੀਂ ਹੈ। ਪਦਾਰਥ ਉਨੀ ਤੇਜ਼ੀ ਨਾਲ ਘੁੰਮ ਰਹੇ ਹਨ, ਉਹਦੇ ਕਣ, ਤੇ ਕਣ ਪਦਾਰਥ ਨਹੀਂ ਹੈ। ਕਣ ਸਿਰਫ ਬਿਜਲਈ ਊਰਜਾ ਹੈ, ਇਲੈਕਟ੍ਰਿਕ ਐਨਰਜੀ ਹੈ। ਉਹ ਤੇਜ਼ੀ ਨਾਲ ਘੁੰਮ ਰਹੀ ਹੈ, ਘੁੰਮਣ ਦੀ ਵਜ੍ਹਾ ਨਾਲ ਠੋਸਪਣ ਦਾ ਭਾਵ ਦੇ ਰਹੀ ਹੈ। ਸਾਰਾ ਪਦਾਰਥ ਸਿਰਫ ਤੇਜ਼ੀ ਨਾਲ ਘੁੰਮਦੀ ਹੋਈ ਊਰਜਾ ਦਾ ਫਲ ਹੈ, ਦਿਖਾਈ ਪੈਂਦਾ ਹੈ ਤੇ ਕਿਤੇ ਵੀ ਨਹੀਂ। ਠੀਕ ਇਵੇਂ ਹੀ ਚਿੱਤ ਦੀ ਊਰਜਾ, એનર્ਜੀ ਆਫ ਕੌਨਸ਼ੀਅਸਨੈਸ ਇੰਨੀ ਤੇਜ਼ੀ ਨਾਲ ਘੁੰਮ ਰਹੀ ਹੈ ਕਿ ਮੈਂ ਦਾ ਭਰਮ ਪੈਦਾ ਹੁੰਦਾ ਹੈ। ਦੋ ਭਰਮ ਹਨ ਜਗਤ ਵਿੱਚ, ਇੱਕ ਪਦਾਰਥ ਦਾ ਭਰਮ, ਮੈਟਰ ਦਾ ਭਰਮ, ਤੇ ਦੂਜਾ ਮੈਂ ਦਾ ਭਰਮ, ਈਗੋ ਦਾ, ਹੰਕਾਰ ਦਾ ਭਰਮ। ਇਹ ਦੋਵੇਂ ਭਰਮ ਇੱਕਦਮ ਹੀ ਝੂਠੇ ਹਨ, ਪਰ ਇਹਨਾਂ ਦੇ ਨੇੜੇ ਜਾਣ ਤੇ ਪਤਾ ਲੱਗਦਾ ਹੈ ਕਿ ਇਹ ਨਹੀਂ ਹਨ। ਵਿਗਿਆਨ ਪਦਾਰਥ ਦੇ ਨੇੜੇ ਗਿਆ ਤਾਂ ਪਦਾਰਥ ਲੋਪ ਹੋ ਗਿਆ। ਧਰਮ ਮੈਂ ਦੇ ਕੋਲ ਗਿਆ ਤਾਂ ਮੈਂ ਵਿਦਾ ਹੋ ਗਈ। ਧਰਮ ਦੀ ਖੋਜ ਹੈ ਕਿ ਮੈਂ ਨਹੀਂ, ਤੇ ਵਿਗਿਆਨ ਦੀ ਖੋਜ ਹੈ ਕਿ ਪਦਾਰਥ ਨਹੀਂ। ਜਿੰਨੇ ਨੇੜੇ ਜਾਂਦੇ ਆ ਉਨਾ ਹੀ ਭਰਮ ਟੁੱਟ ਜਾਂਦਾ ਹੈ। ਤਾਂ ਇਸ ਲਈ ਮੈਂ ਕਹਿੰਦਾ ਕਿ ਅੰਦਰ ਜਾਓ, ਨੇੜੇ ਹੋ ਕੇ ਅੰਦਰ ਦੇਖੋ, ਉੱਥੇ ਕੋਈ ਮੈਂ ਹੈ। ਤੇ ਮੈਂ ਨਹੀਂ ਕਹਿੰਦਾ ਕਿ ਅਜਿਹਾ ਮੰਨ ਲਓ ਕਿ ਮੈਂ ਨਹੀਂ ਹਾਂ। ਜੇਕਰ ਮੰਨ ਲਿਆ ਤਾਂ ਝੂਠ ਹੋ ਜਾਏਗਾ। ਮੈਂ ਨਹੀਂ ਕਹਿੰਦਾ ਕਿ ਮੇਰੀ ਗੱਲ ਜੇਕਰ ਮੰਨ ਕੇ ਤੁਸੀਂ ਚਲੇ ਗਏ ਤੇ ਤੁਸੀਂ ਅਜਿਹਾ ਸੋਚਣ ਲੱਗੇ ਕਿ ਮੈਂ ਨਹੀਂ ਹਾਂ, ਹੰਕਾਰ ਝੂਠ ਹੈ, ਮੈਂ ਤਾਂ ਆਤਮਾ ਹਾਂ, ਮੈਂ ਤਾਂ ਬ੍ਰਹਮ ਦਾ ਹੰਕਾਰ ਨਹੀਂ ਹਾਂ, ਤਾਂ ਤੁਸੀਂ ਗੜਬੜ 'ਚ ਪੈ ਜਾਓਗੇ। ਕਿਉਂਕਿ ਤੁਸੀਂ ਇਹ ਦੁਹਰਾ ਰਹੇ ਹੋ ਤਾਂ ਫਿਰ ਇਹ ਝੂਠੀ ਵੀ ਦੁਹਰਾਓਗੇ ਤੁਸੀਂ। ਮੈਂ ਨਹੀਂ ਕਹਿੰਦਾ ਕਿ ਤੁਸੀਂ ਅਜਿਹਾ ਦੁਹਰਾਓ, ਮੈਂ ਅਜਿਹਾ ਕਹਿੰਦਾ ਕਿ ਤੁਸੀਂ ਔਰ ਅੰਦਰ ਜਾਓ, ਦੇਖੋ, ਪਛਾਣੋ। ਜੋ ਪਛਾਣਦਾ ਹੈ, ਦੇਖਦਾ ਹੈ, ਉਹ ਪਾਉਂਦਾ ਹੈ ਕਿ ਮੈਂ ਨਹੀਂ ਹਾਂ। ਫਿਰ ਕੌਣ ਹੈ ਜਦ ਮੈਂ ਨਹੀਂ ਹਾਂ? ਕੋਈ ਤਾਂ ਹੈ। ਮੇਰੇ ਨਾ ਹੋਣ ਨਾਲ ਹੋਰ ਵੀ ਨਹੀਂ ਹੈ। ਅਜਿਹਾ ਨਹੀਂ, ਕਿਉਂਕਿ ਭਰਮ ਨੂੰ ਜਾਣਨ ਦੇ ਲਈ ਵੀ ਤਾਂ ਕੋਈ ਚਾਹੀਦਾ ਹੈ। ਭਰਮ ਵੀ ਪੈਦਾ ਹੋ ਜਾਏ ਇਹਦੇ ਲਈ ਕੋਈ ਤਾਂ ਚਾਹੀਦਾ ਹੈ। ਮੈਂ ਨਹੀਂ ਹਾਂ, ਫਿਰ ਕੌਣ ਹੈ? ਫਿਰ ਜੋ ਬਾਕੀ ਰਹਿ ਜਾਂਦਾ ਉਹਦਾ ਅਨੁਭਵ ਹੀ ਪਰਮਾਤਮਾ ਦਾ ਅਨੁਭਵ ਹੈ। ਪਰ ਉਹਦਾ ਅਨੁਭਵ ਇੱਕਦਮ ਫੈਲ ਜਾਂਦਾ ਹੈ। ਮੇਰੇ ਡਿੱਗਦੀ, ਤੂੰ ਵੀ ਡਿੱਗ ਜਾਂਦਾ ਹੈ, ਉਹ ਵੀ ਡਿੱਗ ਜਾਂਦਾ ਹੈ। ਫਿਰ ਇੱਕ ਸਾਗਰ ਹੀ ਰਹਿ ਜਾਂਦਾ ਹੈ ਚੇਤਨਾ ਦਾ। ਉਸ ਹਾਲਤ 'ਚ ਦਿਖਾਈ ਪਏਗਾ ਕਿ ਪਰਮਾਤਮਾ ਹੀ ਹੈ। ਤਦ ਤਾਂ ਸ਼ਾਇਦ ਇਹ ਕਹਿਣਾ ਵੀ ਗਲਤ ਜਾਪੇ ਕਿ ਪਰਮਾਤਮਾ ਹੀ ਹੈ, ਕਿਉਂਕਿ ਇਹ ਕਹਿਣਾ ਵੀ ਦੁਹਰਾਣਾ ਹੈ। ਜਦ ਅਸੀਂ ਕਹਿੰਦੇ ਹਾਂ ਕਿ ਗੋਡ ਇਜ਼ ਈਸ਼ਵਰ ਹੈ ਤਾਂ ਅਸੀਂ ਦੁਹਰਾ ਰਹੇ ਹਾਂ। ਦੁਹਰਾ ਇਸ ਲਈ ਰਹੇ ਹਾਂ ਕਿ ਜੋ ਹੈ ਉਸੇ ਦਾ ਦੂਜਾ ਨਾਂ ਈਸ਼ਵਰ ਹੈ ਦਾ ਹੀ ਦੂਜਾ ਨਾਂ ਈਸ਼ਵਰ ਹੈ। ਇਸ ਲਈ ਈਸ਼ਵਰ ਹੈ। ਅਜਿਹਾ ਇੱਕ ਹੀ ਚੀਜ਼ ਨੂੰ ਦੁਹਰਾਣਾ ਹੈ। ਇਹ ਟੋਟੋਲੋਜੀ ਹੈ। ਇੱਕ ਹੀ ਗੱਲ ਨੂੰ ਦੁਬਾਰਾ ਕਹਿਣਾ ਠੀਕ ਨਹੀਂ ਹੈ ਗੱਲ। ਈਸ਼ਵਰ ਹੈ ਦਾ ਕੀ ਮਤਲਬ? ਅਸੀਂ ਹੈ ਉਸ ਚੀਜ਼ ਨੂੰ ਕਹਿੰਦੇ ਹਾਂ ਜੋ ਨਹੀਂ ਹੈ ਵੀ ਹੋ ਸਕਦੀ ਹੋਵੇ। ਅਸੀਂ ਕਹਿੰਦੇ ਹਾਂ ਟੇਬਲ ਹੈ ਕਿਉਂਕਿ ਕੱਲ ਟੇਬਲ ਨਹੀਂ ਹੋ ਸਕਦੀ, ਤੇ ਕੱਲ ਟੇਬਲ ਨਹੀਂ ਸੀ। ਸੋ ਚੀਜ਼ ਨਹੀਂ ਸੀ, ਫਿਰ ਨਹੀਂ ਹੋ ਸਕਦੀ, ਉਹਨੂੰ ਹੈ ਕਹਿਣ ਦਾ ਕੋਈ ਮਤਲਬ ਹੈ।
ਪਰ ਈਸ਼ਵਰ ਨਾ ਤਾਂ ਅਜਿਹਾ ਹੈ ਕਿ ਕਦੇ ਨਹੀਂ ਸੀ ਤੇ ਨਾ ਅਜਿਹਾ ਹੋ ਸਕਦਾ ਹੈ ਕਿ ਕਦੇ ਨਹੀਂ ਹੋਏਗਾ। ਉਹਨੂੰ ਹੈ ਕਹਿਣ ਦਾ ਕੋਈ ਵੀ ਮਤਲਬ ਨਹੀਂ। ਉਹ ਹੈ ਹੀ। ਅਸਲ 'ਚ ਜੋ ਹੈ ਉਸ ਦਾ ਹੀ ਉਹ ਦੂਜਾ ਨਾਂ ਹੈ। ਹੋਣ ਦਾ ਹੀ ਦੂਜਾ ਨਾਂ ਪਰਮਾਤਮਾ ਹੈ। ਐਗਜ਼ਿਸਟੈਂਸ, ਹੋਂਦ ਦਾ ਹੀ ਦੂਜਾ ਨਾਂ ਪਰਮਾਤਮਾ ਹੈ। ਮੇਰੀ ਦ੍ਰਿਸ਼ਟੀ 'ਚ ਜੇਕਰ ਅਸੀਂ ਇਸ ਜੋ ਹੈ ਇਸ ਉੱਤੇ ਆਪਣੇ ਪਰਮਾਤਮਾ ਨੂੰ ਥੋਪਿਆ ਤਾਂ ਅਸੀਂ ਝੂਠ 'ਚ ਉਤਰ ਜਾਵਾਂਗੇ। ਧਿਆਨ ਰਹੇ, ਪਰਮਾਤਮਾ ਵੀ ਆਪਣੇ ਆਪਣੇ ਟ੍ਰੇਡਮਾਰਕ ਦੇ ਵੱਖੋ ਵੱਖਰੇ ਹਨ। ਹਿੰਦੂ ਦਾ ਆਪਣਾ ਥੋਪਣ ਦੇ ਲਈ, ਮੁਸਲਮਾਨ ਦਾ ਆਪਣਾ, ਈਸਾਈ ਦਾ ਆਪਣਾ, ਜੈਨੀ ਦਾ ਆਪਣਾ, ਬੋਧੀ ਦਾ ਆਪਣਾ। ਸਭ ਦੇ ਆਪੋ ਆਪਣੇ ਸ਼ਬਦ ਹਨ, ਆਪੋ ਆਪਣੇ ਪਰਮਾਤਮਾ ਹਨ। ਪਰਮਾਤਮਾ ਦਾ ਵੀ ਵੱਡਾ ਗ੍ਰਹਿ ਉਦਯੋਗ ਖੁੱਲ੍ਹਾ ਹੋਇਆ ਹੈ। ਆਪਣੇ ਆਪ ਘਰ 'ਚ ਪਰਮਾਤਮਾ ਨੂੰ ਢਾਲਿਆ ਜਾ ਸਕਦਾ ਹੈ। ਹੋਮ ਇੰਡਸਟਰੀ ਹੈ ਉਹਦੀ। ਆਪਣੇ ਆਪਣੇ ਘਰ 'ਚ ਢਾਲੋ, ਆਪੋ ਆਪਣੇ ਪਰਮਾਤਮਾ ਦਾ ਨਿਰਮਾਣ ਕਰੋ। ਤੇ ਫਿਰ ਇਹ ਪਰਮਾਤਮਾ ਨੂੰ ਢਾਲਣ ਵਾਲੇ ਉਸੇ ਤਰ੍ਹਾਂ ਹੀ ਬਾਜ਼ਾਰ 'ਚ ਲੜਦੇ ਹਨ, ਜਿਵੇਂ ਸਾਰੇ ਆਪੋ ਆਪਣੇ ਘਰ 'ਚ ਸਮਾਨ ਢਾਲਣ ਵਾਲੇ ਬਾਜ਼ਾਰ ਵਿੱਚ ਦੁਕਾਨਾਂ ਤੇ ਲੜਦੇ ਹਨ। ਇਸੇ ਤਰ੍ਹਾਂ ਬਾਜ਼ਾਰ 'ਚ ਉਹ ਵੀ ਲੜਦੇ ਦਿਖਾਈ ਪੈਂਦੇ ਹਨ। ਇੱਕ ਦੂਜੇ ਦਾ ਪਰਮਾਤਮਾ ਵੀ ਵੱਖ ਹੋ ਜਾਂਦਾ ਹੈ। ਅਸਲ 'ਚ ਜਦ ਤੱਕ ਮੈਂ ਹਾਂ ਤਦ ਤੱਕ ਮੈਂ ਜੋ ਵੀ ਕਰਾਂਗਾ ਉਹ ਤੁਹਾਤੋਂ ਜੁਦਾ ਹੋਏਗਾ। ਜਦ ਤੱਕ ਮੈਂ ਹਾਂ ਮੇਰਾ ਧਰਮ ਜੁਦਾ ਹੋਏਗਾ, ਮੇਰਾ ਈਸ਼ਵਰ ਵੱਖਰਾ ਹੋਏਗਾ, ਕਿਉਂਕਿ ਮੇਰੇ ਮੈਂ ਦੇ ਨਿਰਮਾਣ ਹੋਣਗੇ। ਮੈਂ ਜੁਦਾ, ਇਸ ਲਈ ਮੇਰਾ ਸਭ ਕੁਝ ਜੁਦਾ ਹੋਏਗਾ। ਜੇਕਰ ਦੁਨੀਆ 'ਚ ਠੀਕ ਠੀਕ ਧਰਮ ਨਿਰਮਾਣ ਕਰਨ ਦੀ ਆਜ਼ਾਦੀ ਹੋਵੇ ਤਾਂ ਜਿੰਨੇ ਬੰਦੇ ਹਨ ਉਨੇ ਹੀ ਧਰਮ ਹੋਣਗੇ। ਇਸ ਤੋਂ ਘੱਟ ਨਹੀਂ ਹੋ ਸਕਦੇ। ਉਹ ਤਾਂ ਠੀਕ ਠੀਕ ਆਜ਼ਾਦੀ ਨਹੀਂ ਹੈ। ਹਿੰਦੂ ਬਾਪ ਆਪਣੇ ਬੇਟੇ ਨੂੰ ਇਸ ਤੋਂ ਪਹਿਲਾਂ ਕਿ ਉਹ ਆਜ਼ਾਦ ਹੋ ਜਾਏ ਹਿੰਦੂ ਬਣਾ ਛੱਡਦਾ ਹੈ। ਮੁਸਲਮਾਨ ਬਾਪ ਆਪਣੇ ਬੇਟੇ ਨੂੰ ਇਸ ਤੋਂ ਪਹਿਲਾਂ ਕਿ ਉਸ 'ਚ ਬੁੱਧੀ ਆਵੇ ਮੁਸਲਮਾਨ ਬਣਾ ਦਿੰਦਾ ਹੈ, ਕਿਉਂਕਿ ਬੁੱਧੀ ਆਉਣ ਤੇ ਨਾ ਕੋਈ ਹਿੰਦੂ ਬਣੇਗਾ ਨਾ ਮੁਸਲਮਾਨ ਬਣੇਗਾ। ਇਸ ਲਈ ਬੁੱਧੀ ਆਉਣ ਤੋਂ ਪਹਿਲਾਂ ਹੀ ਸਭ ਨਾ ਸਮਝੀਆਂ ਅੰਦਰ ਪਾ ਦੇਣ ਦੀ ਲੋੜ ਹੈ। ਇਸ ਲਈ ਸਾਰੇ ਬਾਪ ਤੰਗਦੇ ਹਨ ਕਿ ਬੇਟਾ ਜਦ ਛੋਟਾ ਹੈ ਤਦ ਤੋਂ ਹੀ ਧਰਮ ਦੀ ਸਿੱਖਿਆ ਹੋ ਜਾਣੀ ਚਾਹੀਦੀ ਹੈ, ਕਿਉਂਕਿ ਕੱਲ ਉਹ ਜਵਾਨ ਹੋ ਜਾਏ, ਸੋਚਣ ਲੱਗੇ ਤਾਂ ਫਿਰ ਮੁਸ਼ਕਿਲ ਪਏਗੀ। ਵਿਚਾਰ ਆ ਜਾਏਗਾ ਤਾਂ 25 ਸਵਾਲ ਖੜੇ ਕਰੇਗਾ ਤੇ 25 ਸਵਾਲਾਂ ਦੇ ਜਵਾਬ ਨਹੀਂ ਦਿੱਤੇ ਜਾਣਗੇ ਤੇ ਫਿਰ ਉਹ ਅਜਿਹੀਆਂ ਗੱਲਾਂ ਕਰੇਗਾ ਜਿਨ੍ਹਾਂ ਨੂੰ ਹੱਲ ਕਰਨਾ ਮੁਸ਼ਕਿਲ ਹੋਏਗਾ। ਇਸ ਲਈ ਸਾਰੇ ਬਾਪ ਚਾਹਵਾਨ ਹਨ ਕਿ ਉਹਨਾਂ ਦੇ ਬੇਟੇ ਤੇ ਉਹਨਾਂ ਦੀਆਂ ਬੇਟੀਆਂ ਨੂੰ ਜਨਮ ਲੈਂਦਿਆਂ ਹੀ ਉਹਨਾਂ ਦੀ ਗੁੜਤੀ 'ਚ ਧਰਮ ਪਿਆ ਦਿੱਤਾ ਜਾਏ, ਉਹਨਾਂ ਦੇ ਖੂਨ 'ਚ ਧਰਮ ਪਾ ਦਿੱਤਾ ਜਾਏ। ਤਦ ਹੋਸ਼ ਨਹੀਂ ਰਹਿੰਦਾ, ਸਮਝ ਨਹੀਂ ਰਹਿੰਦੀ। ਕੁਝ ਵੀ ਨਾ ਸਮਝੀ ਸਿਖਾ ਦਿਓ, ਉਹ ਸਿੱਖ ਲੈਂਦਾ ਹੈ। ਇੱਕ ਬੰਦਾ ਮੁਸਲਮਾਨ ਹੋ ਜਾਂਦਾ, ਇੱਕ ਹਿੰਦੂ, ਇੱਕ ਜੈਨੀ, ਇੱਕ ਬੋਧੀ ਜੋ ਵੀ ਸਿਖਾਓ ਉਹੀ ਬੰਦਾ ਹੋ ਜਾਂਦਾ ਹੈ। ਬੁੱਧੀ ਨਹੀਂ ਹੁੰਦੀ ਕੋਲ। ਇਸ ਲਈ ਧਾਰਮਿਕ ਆਦਮੀ ਜਿਹਨੂੰ ਅਸੀਂ ਕਹਿੰਦੇ ਹਾਂ ਉਹ ਅਕਸਰ ਬੁੱਧੀਹੀਨ ਪਾਇਆ ਜਾਂਦਾ ਹੈ। ਉਸ 'ਚ ਬੁੱਧੀ ਹੁੰਦੀ ਹੀ ਨਹੀਂ, ਕਿਉਂਕਿ ਜਿਹਨੂੰ ਅਸੀਂ ਧਰਮ ਕਹਿੰਦੇ ਹਾਂ ਉਹ ਬੁੱਧੀ ਹੋਣ ਤੋਂ ਪਹਿਲਾਂ ਹੀ ਫੜ ਲਈ ਗਈ ਚੀਜ਼ ਹੈ। ਬੁੱਧੀ ਆਉਣ ਤੇ ਵੀ ਉਹ ਜਕੜੀ ਰੱਖਦਾ ਹੈ, ਫਿਰ ਉਹ ਪੰਜਾ ਫੜ ਲੈਂਦੀ ਹੈ। ਸਾਡੇ ਅੰਦਰ ਤੋਂ ਹਿੰਦੂ ਮੁਸਲਮਾਨ ਲੜਦਾ ਹੋਇਆ ਦੇਖਿਆ ਜਾਂਦਾ ਹੈ, ਈਸ਼ਵਰ ਦੇ ਨਾਂ ਤੇ ਲੜਦਾ ਹੋਇਆ ਦੇਖਿਆ ਜਾਂਦਾ ਹੈ, ਮੰਦਰ ਮਸਜਿਦ ਦੇ ਨਾਂ ਤੇ ਲੜਦਾ ਦੇਖਿਆ ਜਾਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਈਸ਼ਵਰ ਵੀ ਬਹੁਤ ਤਰ੍ਹਾਂ ਦੇ ਹਨ। ਹਿੰਦੂ ਦਾ ਈਸ਼ਵਰ ਵੱਖਰੇ ਢੰਗ ਦਾ ਹੈ ਤੇ ਮੂਰਤੀ ਤੋੜ ਦਿੱਤੀ ਜਾਵੇ ਤਾਂ ਹਿੰਦੂ ਦੇ ਈਸ਼ਵਰ ਦਾ ਅਪਮਾਨ ਹੋ ਜਾਂਦਾ ਹੈ, ਤੇ ਮੁਸਲਮਾਨ ਦਾ ਈਸ਼ਵਰ ਹੋਰ ਤਰ੍ਹਾਂ ਦਾ ਹੈ। ਜੇਕਰ ਮਸਜਿਦ ਤੋੜ ਦਿੱਤੀ ਜਾਏ, ਅੱਗ ਲਾਤੀ ਜਾਏ ਤਾਂ ਇਹਦੇ ਈਸ਼ਵਰ ਦਾ ਅਪਮਾਨ ਹੋ ਜਾਂਦਾ ਹੈ। ਈਸ਼ਵਰ ਤਾਂ ਉਹਦਾ ਨਾਂ ਹੈ ਜੋ ਹੈ। ਮਸਜਿਦ ਵਿੱਚ ਵੀ ਓਨਾ ਹੀ ਜਿੰਨਾ ਮੰਦਰ 'ਚ ਹੈ, ਬੁੱਚੜਖਾਨੇ 'ਚ ਵੀ ਓਨਾ ਹੀ ਹੈ ਜਿੰਨਾ ਮੰਦਰ 'ਚ ਹੈ, ਤੇ ਸ਼ਰਾਬ ਘਰ 'ਚ ਵੀ ਓਨਾ ਹੀ ਹੈ ਜਿੰਨਾ ਮਸਜਿਦ ਵਿੱਚ। ਚੋਰ ਦੇ ਅੰਦਰ ਵੀ ਓਨਾ ਹੀ ਹੈ ਜਿੰਨਾ ਮਹਾਤਮਾ ਦੇ ਅੰਦਰ। ਰੱਤੀ ਭਰ ਘੱਟ ਨਹੀਂ ਹੈ, ਹੋ ਵੀ ਨਹੀਂ ਸਕਦਾ। ਆਖਰ ਚੋਰ ਦੇ ਅੰਦਰ ਕੌਣ ਹੋਏਗਾ? ਜੇਕਰ ਪਰਮਾਤਮਾ ਨਹੀਂ ਹੋਏਗਾ, ਉਹ ਰਾਮ ਦੇ ਅੰਦਰ ਵੀ ਓਨਾ ਹੀ ਹੈ ਜਿੰਨਾ ਰਾਵਣ ਦੇ ਅੰਦਰ। ਰੱਤੀ ਭਰ ਘੱਟ ਨਹੀਂ ਹੋ ਸਕਦਾ ਰਾਵਣ ਦੇ ਅੰਦਰ। ਉਹ ਹਿੰਦੂ ਦੇ ਅੰਦਰ ਵੀ ਓਨਾ ਹੈ ਜਿੰਨਾ ਮੁਸਲਮਾਨ ਦੇ ਅੰਦਰ। ਪਰ ਉਹ ਜੋ ਸਾਡਾ ਗ੍ਰਹਿ ਉਦਯੋਗ ਹੈ ਭਗਵਾਨ ਬਣਾਉਣ ਦਾ, ਉਸ ਗ੍ਰਹਿ ਉਦਯੋਗ ਨੂੰ ਬੜਾ ਧੱਕਾ ਲੱਗ ਜਾਏਗਾ। ਜੇਕਰ ਅਸੀਂ ਇਹ ਮੰਨ ਲਈਏ ਕਿ ਸਭ ਦੇ ਅੰਦਰ ਉਹੀ ਹੈ ਤਾਂ ਸਾਨੂੰ ਆਪਣਾ ਆਪਣਾ ਈਸ਼ਵਰ ਥੋਪਦੇ ਚਲੇ ਜਾਣਾ ਚਾਹੀਦਾ ਹੈ। ਜੇਕਰ ਇੱਕ ਫੁੱਲ 'ਚ ਹਿੰਦੂ ਵੀ ਈਸ਼ਵਰ ਦੇਖੇ, ਮੁਸਲਮਾਨ ਵੀ, ਤਦ ਵੀ ਝਗੜਾ ਹੋ ਸਕਦਾ ਹੈ, ਕਿਉਂਕਿ ਉਸ ਫੁੱਲ 'ਚ ਹਿੰਦੂ ਆਪਣਾ ਈਸ਼ਵਰ ਢਾਲੇਗਾ, ਮੁਸਲਮਾਨ ਆਪਣਾ ਈਸ਼ਵਰ ਢਾਲੇਗਾ। ਹਿੰਦੂ ਮੁਸਲਮਾਨ ਤਾਂ ਰਤਾ ਦੂਰ ਦੀਆਂ ਗੱਲਾਂ ਹੈ, ਨੇੜੇ ਨੇੜੇ ਦੀਆਂ ਦੁਕਾਨਾਂ ਵਿੱਚ ਵੀ ਝਗੜੇ ਹੁੰਦੇ ਹਨ। ਇਹ ਦੁਕਾਨਾਂ ਤਾਂ ਰਤਾ ਫਾਸਲੇ ਤੇ ਹਨ। ਕਾਸ਼ੀ ਤੇ ਮੱਕਾ ਵਿਚਾਲੇ ਕਾਫੀ ਫਾਸਲਾ ਹੈ, ਪਰ ਕਾਸ਼ੀ 'ਚ ਰਾਮ ਤੇ ਕ੍ਰਿਸ਼ਨ ਦੇ ਮੰਦਰ 'ਚ ਇੰਨਾ ਫਾਸਲਾ ਨਹੀਂ ਹੈ, ਉੱਥੇ ਵੀ ਝਗੜਾ ਇੰਨਾ ਹੀ ਹੈ। ਮੈਂ ਸੁਣਿਆ ਹੈ ਕਿ ਇੱਕ ਵੱਡੇ ਸੰਤ ਨੂੰ
ਵੱਡੇ ਸਿਰਫ ਇਸ ਲਈ ਕਹਿੰਦਾ ਕਿ ਲੋਕ ਕਹਿੰਦੇ ਹਨ, ਤੇ ਸੰਤ ਵੀ ਸਿਰਫ ਇਸ ਲਈ ਕਹਿੰਦਾ ਕਿ ਲੋਕ ਕਹਿੰਦੇ ਹਨ। ਉਹ ਰਾਮ ਦੇ ਭਗਤ ਸਨ। ਉਹਨਾਂ ਨੂੰ ਕ੍ਰਿਸ਼ਨ ਦੇ ਮੰਦਿਰ 'ਚ ਲਿਜਾਇਆ ਗਿਆ ਤਾਂ ਉਹਨਾਂ ਨੇ ਹੱਥ ਜੋੜਨ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ, ਕ੍ਰਿਸ਼ਨ ਦੇ ਮੰਦਿਰ 'ਚ ਮੈਂ ਹੱਥ ਨਹੀਂ ਜੋੜ ਸਕਦਾ। ਮੰਦਿਰ ਦੀ ਮੂਰਤੀ ਦੇ ਸਾਹਮਣੇ ਖੜੇ ਹੋ ਕੇ ਉਹਨਾਂ ਨੇ ਕਿਹਾ ਕਿ ਜੇਕਰ ਤੀਰ ਕਮਾਨ ਆਪਣੇ ਹੱਥ 'ਚ ਲਓ ਤਾਂ ਮੈਂ ਸਿਰ ਝੁਕਾ ਸਕਦਾ। ਇਸ ਬੰਸਰੀ ਵਾਲੇ ਹੱਥ ਨੂੰ ਸਿਰ ਝੁਕਾਉਣਾ ਮੇਰੇ ਵੱਸ ਤੋਂ ਬਾਹਰ ਹੈ। ਭਗਵਾਨ ਤੇ ਵੀ ਭਗਤ ਸ਼ਰਤਾਂ ਲਾਉਂਦਾ ਹੈ। ਇਸ ਪੋਜੀਸ਼ਨ ਵਿੱਚ ਇਸ ਢੰਗ ਨਾਲ ਖੜੇ ਹੋ ਜਾਓ ਤਾਂ ਅਸੀਂ ਨਮਸਕਾਰ ਕਰਾਂਗੇ, ਯਾਨੀ ਨਮਸਕਾਰ ਕਰਨ ਤੋਂ ਪਹਿਲਾਂ ਤੂੰ ਨੱਚ ਸਾਡੇ ਇਸ਼ਾਰੇ ਤੇ, ਤਦ ਅਸੀਂ ਨਮਸਕਾਰ ਕਰਾਂਗੇ। ਸਾਡੀ ਨਮਸਕਾਰ ਪਿੱਛੋਂ ਹੋਏਗੀ, ਪਹਿਲਾਂ ਤੂੰ ਨਮਸਕਾਰ ਕਰ। ਸਾਨੂੰ ਤੀਰ ਕਮਾਨ ਹੱਥ 'ਚ ਲੈ ਜਾਂ ਬੰਸਰੀ ਹੱਥ 'ਚ ਲੈ, ਕਿਸ ਆਸਨ 'ਚ ਬੈਠੋ, ਕਿਸ ਢੰਗ ਨਾਲ ਖੜੇ ਹੋਵੋ, ਇਹ ਭਗਤ ਪ੍ਰਸਕ੍ਰਾਈਬ ਕਰਦਾ ਹੈ ਭਗਵਾਨ ਦੇ ਲਈ। ਉਹ ਦੱਸਦਾ ਕਿ ਇੰਜ ਇੰਜ ਕਰੋ ਤਦ ਅਸੀਂ ਤੈਨੂੰ ਨਮਸਕਾਰ ਕਰ ਸਕਦੇ ਹਾਂ। ਭਗਤ ਵੀ ਸ਼ਰਤ ਲਾਉਂਦਾ ਹੈ, ਕੰਡੀਸ਼ਨ ਲਾਉਂਦਾ ਹੈ। ਹੁਣ ਹੈਰਾਨੀ ਦੀ ਗੱਲ ਹੈ, ਭਗਵਾਨ ਨੂੰ ਮੈਂ ਨਿਰਧਾਰਤ ਕਰਨਾ ਹੈ, ਤੁਸੀਂ ਨਿਰਧਾਰਤ ਕਰਨਾ ਹੈ, ਪਰ ਹੁਣ ਤੱਕ ਜਿਹਨੂੰ ਅਸੀਂ ਭਗਵਾਨ ਕਹਿੰਦੇ ਰਹੇ ਹਾਂ ਉਹ ਬੰਦਿਆਂ ਦੁਆਰਾ ਨਿਰਧਾਰਿਤ ਭਗਵਾਨ ਹੈ। ਜਦ ਤੱਕ ਬੰਦਿਆਂ ਦੁਆਰਾ ਨਿਰਧਾਰਿਤ ਭਗਵਾਨ ਵਿਚਾਲੇ ਖੜਾ ਹੈ ਤਦ ਤੱਕ ਅਸੀਂ ਉਹਨੂੰ ਨਹੀਂ ਜਾਣ ਸਕਾਂਗੇ। ਜੋ ਸਾਡੇ ਦੁਆਰਾ ਨਿਰਧਾਰਿਤ ਨਹੀਂ ਹੈ, ਜਿਹਦੇ ਦੁਆਰਾ ਅਸੀਂ ਨਿਰਧਾਰਿਤ ਹਾਂ, ਉਹਨੂੰ ਅਸੀਂ ਕਦੇ ਨਹੀਂ ਜਾਣ ਸਕਾਂਗੇ। ਇਸ ਲਈ ਬੰਦਿਆਂ ਦੇ ਭਗਵਾਨ ਤੋਂ ਮੁਕਤ ਹੋਣਾ ਹੈ ਜੇਕਰ ਉਸ ਭਗਵਾਨ ਨੂੰ ਜਾਣਨਾ ਹੋਵੇ ਜੋ ਕਿ ਹੈ, ਪਰ ਬੜਾ ਕਠਿਨ ਹੈ। ਚੰਗੇ ਤੋਂ ਚੰਗੇ ਬੰਦੇ ਲਈ ਵੀ ਮੁਸ਼ਕਿਲ ਹੈ। ਜਿਹਨੂੰ ਅਸੀਂ ਚੰਗਾ ਬੰਦਾ ਕਹਿੰਦੇ ਹਾਂ ਹੋਰ ਵੀ ਮੁਸ਼ਕਿਲ ਨਾਲ ਛੁੱਟ ਪਾਉਂਦਾ ਹੈ, ਉਹ ਵੀ ਫੜੀ ਰੱਖਦਾ ਹੈ, ਉਹ ਵੀ ਨਹੀਂ ਛੱਡਦਾ, ਉਹ ਵੀ ਬੁਨਿਆਦੀ ਨਾ ਸਮਝੀਆਂ ਨੂੰ ਓਨਾ ਹੀ ਘੁੱਟ ਕੇ ਫੜਦਾ ਹੈ। ਹੁਣੇ ਖਾਨ ਅਬਦੁਲ ਗਫਾਰ ਖਾਨ ਆਏ ਹਨ। ਉਹ ਸਾਰੇ ਮੁਲਕ ਨੂੰ ਸਮਝਾਉਂਦੇ ਫਿਰਦੇ ਹਨ ਹਿੰਦੂ ਮੁਸਲਿਮ ਏਕਤਾ ਦੀ ਗੱਲ, ਪਰ ਉਹ ਪੱਕੇ ਮੁਸਲਮਾਨ ਹਨ। ਉਸ 'ਚ ਰੱਤੀ ਭਰ ਕਮੀ ਨਹੀਂ ਹੈ। ਉਹਨਾਂ ਦੇ ਪੱਕੇ ਮੁਸਲਮਾਨ ਹੋਣ ਵਿੱਚ ਰੱਤੀ ਭਰ ਕਮੀ ਨਹੀਂ ਹੈ। ਉਹਨਾਂ ਦੇ ਮਸਜਿਦ 'ਚ ਨਮਾਜ਼ ਪੜ੍ਹਨ 'ਚ ਕੋਈ ਸਵਾਲ ਨਹੀਂ ਉੱਠਦਾ ਉਹਨਾਂ ਨੂੰ। ਉਹ ਪੱਕੇ ਮੁਸਲਮਾਨ ਹੈ। ਹਿੰਦੂ ਮੁਸਲਿਮ ਦੀ ਏਕਤਾ ਦੀ ਗੱਲ ਸਮਝਾ ਰਹੇ ਹੈ। ਗਾਂਧੀ ਜੀ ਪੱਕੇ ਹਿੰਦੂ ਸੀ, ਹਿੰਦੂ ਮੁਸਲਮਾਨ ਦੀ ਏਕਤਾ ਸਮਝਾ ਰਹੇ ਸਨ। ਜਿਹੋ ਜਿਹੇ ਗੁਰੂ ਸਨ ਉਹੋ ਜਿਹੇ ਉਹਨਾਂ ਦੇ ਸ਼ਿਸ਼ ਹਨ। ਉਹ ਪੱਕੇ ਹਿੰਦੂ ਸਨ, ਉਹਨਾਂ ਦੇ ਸ਼ਿਸ਼ ਪੱਕੇ ਮੁਸਲਮਾਨ ਹਨ। ਤੇ ਜਦ ਤੱਕ ਦੁਨੀਆ 'ਚ ਪੱਕੇ ਹਿੰਦੂ ਪੱਕੇ ਮੁਸਲਮਾਨ ਹਨ ਤਦ ਤੱਕ ਏਕਤਾ ਕਿਵੇਂ ਹੋ ਸਕਦੀ ਹੈ? ਇਹਨਾਂ ਨੂੰ ਕੁਝ ਕੱਚਾ ਕਰਨਾ ਜ਼ਰੂਰੀ ਹੈ, ਤਦੇ ਏਕਤਾ ਹੋ ਸਕਦੀ ਹੈ। ਇਵੇਂ ਪੱਕੇ ਹੋ ਕੇ ਏਕਤਾ ਨਹੀਂ ਹੋ ਸਕਦੀ। ਇਹੀ ਝਗੜੇ ਦੀ ਜੜ ਹੈ, ਪਰ ਇਹ ਝਗੜੇ ਦੀਆਂ ਜੜ੍ਹਾਂ ਦਿਖਾਈ ਨਹੀਂ ਪੈਂਦੀਆਂ। ਇਹ ਸਮਝਾ ਰਹੇ ਹਨ ਲੋਕਾਂ ਨੂੰ ਕਿ ਸਭ ਨੂੰ ਇੱਕ ਹੋ ਜਾਣਾ ਚਾਹੀਦਾ ਹੈ, ਪਰ ਇਹ ਨਹੀਂ ਜਾਣਦੇ ਕਿ ਇੱਕ ਹੋ ਕਿਵੇਂ ਸਕਦੇ ਹੈ। ਜਦ ਤੱਕ ਭਗਵਾਨ ਵੱਖੋ ਵੱਖਰੇ ਹੈ ਤਦ ਤੱਕ ਮੰਦਿਰ ਵੱਖੋ ਵੱਖਰੇ ਹੈ, ਤੇ ਜਦ ਤੱਕ ਪ੍ਰਾਰਥਨਾਵਾਂ ਵੱਖੋ ਵੱਖਰੀਆਂ, ਸੱਚ ਦੇ ਸ਼ਾਸਤਰ ਵੱਖੋ ਵੱਖਰੇ ਹੈ, ਤੇ ਕਿਸੇ ਦਾ ਕੁਰਾਨ ਪਿਤਾ ਹੈ, ਕਿਸੇ ਦੀ ਗੀਤਾ ਮਾਤਾ ਹੈ, ਤਦ ਤੱਕ ਇਹ ਉਪੱਦਰ ਬੰਦ ਨਹੀਂ ਹੋ ਸਕਦਾ। ਪਰ ਇਹਨੂੰ ਤਾਂ ਅਸੀਂ ਫੜ ਲਿਆ ਹੈ। ਇਹ ਬਿਲਕੁਲ ਸੱਚੀਆਂ ਗੱਲਾਂ ਹਨ ਤੇ ਅਸੀਂ ਕਹਿੰਦੇ ਹਾਂ ਕਿ ਕੁਰਾਨ ਦੀ ਆਇਤ ਪੜ੍ਹੋ, ਲੋਕਾਂ ਨੂੰ ਸਮਝਾਓ ਕਿ ਇੱਕ ਹੋ ਜਾਓ। ਗੀਤਾ ਦੇ ਬਚਨ ਪੜ੍ਹੋ ਤੇ ਲੋਕਾਂ ਨੂੰ ਸਮਝਾਓ ਕਿ ਇੱਕ ਹੋ ਜਾਓ। ਪਰ ਸਾਨੂੰ ਪਤਾ ਨਹੀਂ ਹੈ ਕਿ ਗੀਤਾ ਦੇ ਬਚਨ ਤੇ ਕੁਰਾਨ ਦੀ ਆਇਤ ਝਗੜੇ ਦੀਆਂ ਜੜ੍ਹਾਂ ਹਨ। ਕਿਸੇ ਗਊ ਦੀ ਪੂਛ ਕੱਟੀ ਜਾਏ ਤਾਂ ਹਿੰਦੂ ਮੁਸਲਮਾਨ 'ਚ ਦੰਗਾ ਹੋ ਜਾਏਗਾ। ਅਸੀਂ ਕਹਾਂਗੇ ਗੁੰਡਿਆਂ ਨੇ ਦੰਗਾ ਕਰ ਦਿੱਤਾ। ਬੜੇ ਮਜ਼ੇ ਦੀ ਗੱਲ ਹੈ ਕਿ ਕਿਸੇ ਗੁੰਡੇ ਨੇ ਨਹੀਂ ਸਮਝਾਇਆ ਕਿ ਗਊ ਜੇ ਹੈ ਉਹ ਮਾਤਾ ਹੈ। ਇਹ ਸਮਝਾ ਰਹੇ ਹਨ ਮਹਾਤਮਾ ਕਿ ਗਊ ਮਾਤਾ ਹੈ, ਗਊ ਮਾਤਾ ਹੈ। ਜਦ ਸਮਝਾ ਰਹੇ ਤਾਂ ਝਗੜੇ ਦਾ ਮੁੱਢ ਬਣ ਰਹੇ ਹੈ। ਕਿਸੇ ਦਿਨ ਪੂਛ ਕੱਟੀ ਜਾਏਗੀ ਤਾਂ ਗਊ ਦੀ ਪੂਛ ਥੋੜੀ ਕੱਟੀ ਜਾਂਦੀ ਹੈ, ਮਾਤਾ ਦੀ ਪੂਛ ਕੱਟੀ ਗਈ। ਤੇ ਜਦ ਮਾਤਾ ਦੀ ਪੂਛ ਕੱਟੀ ਜਾਏਗੀ ਤਾਂ ਝਗੜਾ ਸ਼ੁਰੂ ਹੋਏਗਾ, ਗੁੰਡੇ ਫਸ ਜਾਣਗੇ ਪਿੱਛੋਂ ਕਿ ਗੁੰਡਿਆਂ ਨੇ ਝਗੜਾ ਕਰਵਾਤਾ। ਸਭ ਝਗੜੇ ਦੀ ਜੜ 'ਚ ਜਿਨ੍ਹਾਂ ਨੂੰ ਅਸੀਂ ਮਹਾਤਮਾ ਕਹਿੰਦੇ ਹਾਂ ਉਹ ਲੋਕ ਹੈ। ਜੇਕਰ ਮਹਾਤਮਾ ਝਗੜੇ ਦੀ ਜੜ ਤੋਂ ਹਟ ਜਾਣ ਤਾਂ ਗੁੰਡੇ ਬਹੁਤ ਨਗੂਣੇ ਹਨ। ਕੋਈ ਲੜਾਈ ਝਗੜਾ ਕਰਨ ਦੀ ਉਹਨਾਂ ਦੀ ਸਮਰੱਥਾ ਨਹੀਂ ਹੈ। ਮਹਾਤਮਾਵਾਂ ਦਾ ਬਲ ਚਾਹੀਦਾ ਪਿੱਛੇ, ਤਦ ਗੁੰਡਿਆਂ 'ਚ ਜਾਨ ਆਉਂਦੀ ਹੈ। ਪਰ ਮਹਾਤਮਾ ਬਚ ਸਕਦਾ ਹੈ ਕਿਉਂਕਿ ਸਾਨੂੰ ਖਿਆਲ ਹੀ ਨਹੀਂ ਹੈ ਕਿ ਮਹਾਤਮਾ ਝਗੜੇ ਦੀ ਜੜ 'ਚ ਹੋ ਸਕਦਾ ਹੈ। ਝਗੜੇ ਦੀ ਜੜ ਕੀ ਹੈ? ਝਗੜੇ ਦੀ ਜੜ ਹੈ ਉਹ ਘਰ ਘਰ 'ਚ ਪੈਦਾ ਕੀਤਾ ਗਿਆ ਪਰਮਾਤਮਾ। ਤੁਸੀਂ ਆਪਣੇ ਘਰ ਦੇ ਪਰਮਾਤਮਾ ਤੋਂ ਬਚਣ ਦੀ ਕੋਸ਼ਿਸ਼ ਕਰਨਾ। ਤੁਹਾਡੇ ਘਰ 'ਚ ਤੁਸੀਂ ਪਰਮਾਤਮਾ ਨਹੀਂ ਢਾਲ ਸਕਦੇ। ਢਾਲਿਆ ਹੋਇਆ ਨਿਰੋਲ ਧੋਖਾ ਹੋਏਗਾ। ਮੈਂ ਨਹੀਂ ਕਹਿੰਦਾ ਕਿ ਤੁਸੀਂ ਪਰਮਾਤਮਾ ਨੂੰ ਠੋਸੋ। ਤੁਸੀਂ ਕੀ ਕਰੋਗੇ? ਪਰਮਾਤਮਾ ਦੇ ਨਾਂ ਤੇ ਕਰ ਸਕੋਗੇ ਠੋਸਣਾ? ਜੇਕਰ ਕ੍ਰਿਸ਼ਨ ਦਾ ਭਗਤ ਦੇਖੇਗਾ ਤਾਂ ਸਿੱਧਾ ਕਹੇਗਾ ਕਿ ਝਾੜ 'ਚ ਬੰਸਰੀ ਵਜਾਉਣ ਵਾਲੇ ਭਗਵਾਨ ਛੁਪੇ ਹਨ। ਤੀਰ ਕਮਾਨ ਵਾਲੇ ਭਗਵਾਨ ਵਾਲਾ ਤੀਰ ਕਮਾਨ ਨੂੰ ਵੇਖੇਗਾ।
ਹੋਰ ਕੋਈ ਕੁਝ ਹੋਰ ਦੇਖੇਗਾ, ਕੁਝ ਹੋਰ ਦੇਖੇਗਾ। ਇਹ ਜੋ ਦੇਖਣਾ ਹੈ ਇਹ ਸਾਡੀਆਂ ਹੀ ਇੱਛਾਵਾਂ, ਸਾਡੇ ਵਿਚਾਰਾਂ ਦਾ ਥੋਪਣਾ ਹੈ। ਅਜਿਹਾ ਭਗਵਾਨ ਨਹੀਂ ਹੈ। ਸਾਡੇ ਵਿਚਾਰ ਇੱਛਾਵਾਂ ਨੂੰ ਥੋਪਣ ਨਾਲ ਉਹਦਾ ਪਤਾ ਨਹੀਂ ਲੱਗ ਸਕਦਾ। ਸਾਨੂੰ ਤਾਂ ਮਿਟਣਾ ਹੀ ਪਏਗਾ। ਆਪਣੇ ਸਾਰੇ ਵਿਚਾਰ, ਆਪਣੇ ਸਾਰੇ ਠੋਸਣੇ ਲੈ ਕੇ ਡੁੱਬ ਹੀ ਜਾਣਾ ਪਏਗਾ। ਸਾਨੂੰ ਤਾਂ ਖਤਮ ਹੀ ਹੋਣਾ ਪਏਗਾ। ਦੋਵੇਂ ਗੱਲਾਂ ਇਕੱਠੀਆਂ ਨਹੀਂ ਹੋ ਸਕਦੀਆਂ। ਮੇਰੇ ਰਹਿੰਦਿਆਂ ਭਗਵਾਨ ਦਾ ਅਨੁਭਵ ਅਸੰਭਵ ਹੈ। ਮੈਨੂੰ ਵਿਦਾ ਹੋਣਾ ਪਏਗਾ, ਤਦੇ ਉਹਦਾ ਅਨੁਭਵ ਹੋ ਸਕਦਾ ਹੈ। ਇਹ ਦੋਵੇਂ ਇਕੱਠੇ ਨਹੀਂ ਹੋਣਗੇ। ਮੈਂ ਕਹਿੰਦੇ ਹੋਏ ਭਗਵਾਨ ਦੇ ਦੁਆਰ 'ਚ ਪ੍ਰਵੇਸ਼ ਨਹੀਂ ਪਾ ਸਕਦਾ। ਮੈਂ ਇੱਕ ਕਹਾਣੀ ਸੁਣੀ ਹੈ। ਇੱਕ ਆਦਮੀ ਸਭ ਕੁਝ ਛੱਡ ਕੇ ਭਗਵਾਨ ਦੇ ਦੁਆਰ ਤੇ ਪਹੁੰਚ ਗਿਆ। ਸਭ ਕੁਝ ਛੱਡ ਕੇ, ਧਨ ਛੱਡ ਕੇ, ਪਤਨੀ ਛੱਡ ਕੇ, ਮਕਾਨ ਛੱਡ ਕੇ, ਬੱਚੇ ਛੱਡ ਕੇ, ਸਮਾਜ ਛੱਡ ਕੇ, ਸਭ ਕੁਝ ਛੱਡ ਕੇ ਭਗਵਾਨ ਦੇ ਦੁਆਰ ਤੇ ਪਹੁੰਚ ਗਿਆ। ਪਰ ਦਰਬਾਨ ਨੇ ਹੱਥ ਨਾਲ ਉਹਨੂੰ ਰੋਕ ਲਿਆ ਤੇ ਕਿਹਾ ਕਿ ਅਜੇ ਅੰਦਰ ਨਾ ਆਈ, ਜਾ ਪਹਿਲਾਂ ਛੱਡ ਕੇ ਆ। ਉਸ ਆਦਮੀ ਨੇ ਕਿਹਾ, ਮੈਂ ਸਭ ਕੁਝ ਛੱਡ ਕੇ ਆ ਰਿਹਾ। ਦਰਬਾਨ ਨੇ ਕਿਹਾ, ਮੈਨੂੰ ਤਾਂ ਘੱਟੋ ਘੱਟ ਜ਼ਰੂਰ ਨਾਲ ਲਿਆਇਆ, ਹੋਰ ਸਭ ਨਾਲ ਸਾਨੂੰ ਕੋਈ ਮਤਲਬ ਨਹੀਂ ਹੈ। ਸਾਨੂੰ ਸਿਰਫ ਮੈਂ ਨਾਲ ਮਤਲਬ ਹੈ। ਤੂੰ ਕਹਿੰਦਾ ਮੈਂ ਸਭ ਕੁਝ ਛੱਡ ਕੇ ਆ ਰਿਹਾ, ਸਾਨੂੰ ਇਹਨਾਂ ਸਭ ਨਾਲ ਕੋਈ ਮਤਲਬ ਨਹੀਂ ਹੈ, ਸਾਨੂੰ ਤਾਂ ਮੈਂ ਨਾਲ ਮਤਲਬ ਹੈ। ਜਾ, ਮੈਂ ਛੱਡ ਕੇ ਆ। ਉਹ ਆਦਮੀ ਕਹਿੰਦਾ, ਮੇਰੇ ਕੋਲ ਤਾਂ ਕੁਝ ਵੀ ਨਹੀਂ ਹੈ। ਮੇਰੀ ਝੋਲੀ ਬਿਲਕੁਲ ਖਾਲੀ ਹੈ, ਨਾ ਧਨ, ਨਾ ਪਤਨੀ, ਨਾ ਬੱਚੇ, ਕੋਈ ਵੀ ਮੇਰੇ ਕੋਲ ਨਹੀਂ ਹੈ। ਦਰਬਾਨ ਕਹਿੰਦਾ, ਘੱਟੋ ਘੱਟ ਤੇਰੀ ਝੋਲੀ 'ਚ ਤੂੰ ਤਾਂ ਹੈ, ਉਹਨੂੰ ਛੱਡ ਕੇ ਆ। ਇਹ ਦੁਆਰ ਬੰਦ ਹੈ ਉਹਨਾਂ ਲਈ ਜੋ ਮੈਂ ਨੂੰ ਲੈ ਕੇ ਆਉਂਦੇ ਹਨ। ਉਹ ਦੁਆਰ ਸਦਾ ਤੋਂ ਬੰਦ ਹੈ। ਪਰ ਮੈਂ ਨੂੰ ਅਸੀਂ ਕਿਵੇਂ ਛੱਡ ਦਈਏ? ਜੇਕਰ ਅਸੀਂ ਛੱਡਣ ਦੀ ਕੋਸ਼ਿਸ਼ ਕਰਾਂਗੇ ਤਾਂ ਮੈਂ ਕਦੇ ਵੀ ਛੁੱਟਣ ਵਾਲਾ ਨਹੀਂ ਹੈ, ਕਿਉਂਕਿ ਮੈਂ ਕਿਵੇਂ ਛੱਡਾਂਗਾ? ਮੈਂ ਨੂੰ ਮੈਂ ਕਿਵੇਂ ਛੱਡਾਂਗਾ? ਮੈਂ ਹੀ ਮੈਂ ਨੂੰ ਕਿਵੇਂ ਛੱਡਾਂਗਾ? ਇਹ ਤਾਂ ਹੋ ਹੀ ਨਹੀਂ ਸਕਦਾ। ਇਹ ਤਾਂ ਇਉਂ ਹੈ ਕਿ ਜਿਵੇਂ ਕੋਈ ਆਪਣੀ ਜੁੱਤੀ ਦੇ ਫੀਤਿਆਂ ਨਾਲ ਆਪਣੇ ਆਪ ਨੂੰ ਚੁੱਕਣ ਦੀ ਕੋਸ਼ਿਸ਼ ਕਰੇ, ਤਾਂ ਮੁਸ਼ਕਿਲ 'ਚ ਪੈ ਜਾਏਗਾ। ਮੈਂ ਨੂੰ ਕਿਵੇਂ ਛੱਡਾਂਗਾ? ਸਭ ਛੱਡਣ ਤੋਂ ਬਾਅਦ ਮੈਂ ਫਿਰ ਬਚ ਜਾਵਾਂਗਾ। ਇੱਥੋਂ ਤੱਕ ਹੋ ਸਕਦਾ ਹੈ ਕਿ ਇੱਕ ਬੰਦਾ ਕਹਿਣ ਲੱਗੇ ਕਿ ਮੈਂ ਸਭ ਹੰਕਾਰ ਛੱਡ ਦਿੱਤਾ, ਮੇਰੇ ਕੋਲ ਹੰਕਾਰ ਹੀ ਨਹੀਂ, ਪਰ ਇਹਦੇ ਕੋਲ ਵੀ ਮੈਂ ਹੈ। ਹੰਕਾਰ ਛੱਡਣ ਦਾ ਵੀ ਆਪਣਾ ਹੰਕਾਰ ਹੈ। ਤਾਂ ਕੀ ਕਰੇ ਬੰਦਾ? ਬਹੁਤ ਮੁਸ਼ਕਲ ਦੀ ਗੱਲ ਹੈ। ਮੁਸ਼ਕਲ ਦੀ ਗੱਲ ਨਹੀਂ ਹੈ। ਮੈਂ ਛੱਡਣ ਨੂੰ ਨਹੀਂ ਕਹਿੰਦਾ ਹਾਂ। ਮੈਂ ਤੁਹਾਨੂੰ ਕੁਝ ਵੀ ਕਰਨ ਨੂੰ ਨਹੀਂ ਕਹਿੰਦਾ, ਕਿਉਂਕਿ ਸਭ ਕਰਨ ਨਾਲ ਹੀ ਮੈਂ ਮਜ਼ਬੂਤ ਹੁੰਦਾ ਹੈ। ਮੈਂ ਤਾਂ ਸਿਰਫ ਅੰਦਰ ਜਾ ਕੇ ਜਾਣਨ ਨੂੰ ਕਹਿਣਾ ਕਿ ਦੇਖੋ ਮੈਂ ਕਿੱਥੇ ਹੈ। ਜੇਕਰ ਹੋਏਗਾ ਤਾਂ ਛੱਡਣ ਦਾ ਕੋਈ ਉਪਾਅ ਨਹੀਂ ਹੈ। ਹੈ ਹੀ ਤਾਂ ਛੱਡੋਗੇ ਕੀ? ਤੇ ਜੇਕਰ ਨਹੀਂ ਹੈ ਤਦ ਵੀ ਛੱਡਣ ਦਾ ਕੋਈ ਉਪਾਅ ਨਹੀਂ ਹੈ, ਕਿਉਂਕਿ ਜੋ ਨਹੀਂ ਹੈ ਉਹਨੂੰ ਛੱਡੋਗੇ ਕਿਵੇਂ? ਤਾਂ ਅੰਦਰ ਜਾਓ, ਦੇਖੋ, ਲੱਭੋ ਉੱਥੇ ਮੈਂ ਹੈ ਜਾਂ ਨਹੀਂ। ਤੇ ਇੰਨਾ ਮੈਂ ਕਹਿਣਾ ਕਿ ਜੋ ਅੰਦਰ ਜਾ ਕੇ ਦੇਖਦਾ ਹੈ ਉਹ ਇੱਕਦਮ ਹੱਸਣ ਲੱਗਦਾ ਹੈ। ਉਹ ਕਹਿੰਦਾ, ਮੈਂ ਤਾਂ ਹਾਂ ਹੀ ਨਹੀਂ। ਤਦ ਕੌਣ ਰਹਿ ਜਾਂਦਾ ਹੈ? ਤਦ ਜੋ ਰਹਿ ਜਾਂਦਾ ਹੈ ਉਹਦਾ ਨਾਮ ਪਰਮਾਤਮਾ ਹੈ। ਤੇ ਜੋ ਮੇਰੇ ਨਾ ਹੋਣ ਤੇ ਰਹਿ ਜਾਂਦਾ ਹੈ, ਕੀ ਉਹ ਤੁਹਾਥੋਂ ਵੱਖ ਹੋਏਗਾ? ਜਦ ਮੈਂ ਹੀ ਨਹੀਂ ਰਿਹਾ ਤਾਂ ਵੱਖ ਕਰਨ ਵਾਲਾ ਕੌਣ ਹੋਏਗਾ? ਮੇਰਾ ਮੈਂ ਹੀ ਤੁਹਾਨੂੰ ਮੈਥੋਂ ਵੱਖ ਕਰਦਾ ਹੈ, ਮੈਨੂੰ ਤੁਹਾਥੋਂ ਜੁਦਾ ਕਰਦਾ ਹੈ। ਇਹ ਘਰ ਦੀ ਸਾਡੀ ਕੰਧ ਹੈ। ਘਰ ਦੀ ਕੰਧ ਆਕਾਸ਼ ਨੂੰ ਦੋ ਹਿੱਸਿਆਂ 'ਚ ਵੰਡਦੀ ਹੈ। ਅਜਿਹਾ ਕੰਧਾਂ ਨੂੰ ਭਰਮ ਹੁੰਦਾ ਹੈ, ਹਾਲਾਂਕਿ ਆਕਾਸ਼ ਦੋ ਹਿੱਸਿਆਂ 'ਚ ਵੰਡਿਆ ਨਹੀਂ ਹੈ। ਆਕਾਸ਼ ਅਣਵੰਡਿਆ ਹੈ। ਭਾਵੇਂ ਕਿੰਨੀ ਸਖਤ ਕੰਧ ਬਣਾਓ, ਕਿੰਨੀ ਠੋਸ, ਪਰ ਮਕਾਨ ਦੇ ਅੰਦਰ ਦਾ ਆਕਾਸ਼ ਤੇ ਮਕਾਨ ਦੇ ਬਾਹਰ ਦਾ ਆਕਾਸ਼ ਦੋ ਚੀਜ਼ਾਂ ਨਹੀਂ ਹਨ, ਇੱਕ ਹੀ ਚੀਜ਼ ਹੈ। ਕਿੰਨੀ ਵੱਡੀ ਕੰਧ ਉਸਾਰੋ ਤਦ ਵੀ ਮਕਾਨ ਦੇ ਅੰਦਰ ਦਾ ਆਕਾਸ਼ ਤੇ ਬਾਹਰ ਦਾ ਆਕਾਸ਼ ਦੋ ਨਹੀਂ ਹੋ ਜਾਂਦੇ। ਪਰ ਮਕਾਨ ਦੇ ਅੰਦਰ ਰਹਿਣ ਵਾਲੇ ਆਦਮੀ ਨੂੰ ਲੱਗਦਾ ਹੈ ਕਿ ਆਕਾਸ਼ ਦੇ ਅਸੀਂ ਦੋ ਹਿੱਸੇ ਕਰ ਦਿੱਤੇ, ਇੱਕ ਮੇਰੇ ਘਰ ਦੇ ਅੰਦਰ ਦਾ ਆਕਾਸ਼, ਇੱਕ ਘਰ ਦੇ ਬਾਹਰ ਦਾ ਆਕਾਸ਼। ਪਰ ਕੱਲ ਜੇਕਰ ਕੰਧ ਢਹਿ ਜਾਏ ਤਾਂ ਉਹ ਆਦਮੀ ਕਿਵੇਂ ਪਤਾ ਲਾਏਗਾ ਕਿ ਕੌਣ ਮੇਰੇ ਘਰ ਦੇ ਅੰਦਰ ਦਾ ਆਕਾਸ਼ ਹੈ, ਕਿਹੜਾ ਮੇਰੇ ਘਰ ਦੇ ਬਾਹਰ ਦਾ ਆਕਾਸ਼ ਹੈ? ਕਿਵੇਂ ਪਤਾ ਲੱਗੇਗਾ? ਤਦ ਤਾਂ ਆਕਾਸ਼ ਹੀ ਰਹਿ ਜਾਏਗਾ। ਇਵੇਂ ਹੀ ਅਸੀਂ ਚੇਤਨਾ ਨੂੰ ਮੈਂ ਦੀਆਂ ਕੰਧਾਂ ਉਸਾਰ ਕੇ ਟੋਟੇ ਕੀਤਾ, ਤੇ ਜਦ ਮੈਂ ਦੀ ਕੰਧ ਢਹਿ ਜਾਏਗੀ ਤਾਂ ਫਿਰ ਅਜਿਹਾ ਨਹੀਂ ਹੈ ਕਿ ਮੈਨੂੰ ਤੁਹਾਡੇ ਵਿੱਚ ਪਰਮਾਤਮਾ ਦਿਖਾਈ ਦੇਣ ਲੱਗੇਗਾ। ਨਹੀਂ, ਤਦ ਮੈਨੂੰ ਤੁਸੀਂ ਦਿਖਾਈ ਨਹੀਂ ਦਿਓਗੇ ਤੇ ਪਰਮਾਤਮਾ ਦਿਖਾਈ ਦੇਣ ਲੱਗੇਗਾ। ਇਹਨੂੰ ਠੀਕ ਤਰ੍ਹਾਂ ਸਮਝ ਲੈਣਾ, ਇਸ ਬਰੀਕ ਫਰਕ ਨੂੰ। ਅਜਿਹਾ ਨਹੀਂ ਹੈ ਕਿ ਮੈਂ ਤੁਹਾਡੇ 'ਚ ਪਰਮਾਤਮਾ ਦੇਖਣ ਲੱਗਾਂਗਾ, ਇਹ ਗਲਤ ਗੱਲ ਹੈ। ਅਜਿਹਾ ਕਿ ਤੁਸੀਂ ਨਹੀਂ ਦਿਖਾਈ ਦਿਓਗੇ ਤੇ ਪਰਮਾਤਮਾ ਦਿਖਾਈ ਦੇਗਾ, ਅਜਿਹਾ ਨਹੀਂ ਹੈ। ਬਿਰਛ ਵਿੱਚ ਪਰਮਾਤਮਾ ਦਿਖਾਈ ਦੇਣ ਲੱਗੇਗਾ, ਨਹੀਂ। ਅਜਿਹਾ ਕਿ ਬਿਰਛ ਨਹੀਂ ਦਿਖਾਈ ਦੇ ਪਏਗਾ
ਪਰਮਾਤਮਾ ਦਿਖਾਈ ਪੈਣ ਲੱਗੇਗਾ। ਜਦ ਕੋਈ ਕਹਿੰਦਾ ਹੈ ਕਿ ਕਣ ਕਣ 'ਚ ਪਰਮਾਤਮਾ ਹੈ ਤਾਂ ਉਹ ਬਿਲਕੁਲ ਗਲਤ ਕਹਿੰਦਾ ਹੈ, ਕਿਉਂਕਿ ਕਣ ਕਣ ਵੀ ਉਹਨੂੰ ਦਿਖਾਈ ਦੇ ਰਿਹਾ ਹੈ, ਪਰਮਾਤਮਾ ਵੀ ਉਹਨੂੰ ਦਿਖਾਈ ਦੇ ਰਿਹਾ ਹੈ। ਇਹ ਦੋਵੇਂ ਗੱਲਾਂ ਇਕੱਠੀਆਂ ਦਿਖਾਈ ਨਹੀਂ ਦੇ ਸਕਦੀਆਂ। ਸੱਚੀ ਗੱਲ ਤਾਂ ਇਹ ਹੈ, ਕਣ ਕਣ ਪਰਮਾਤਮਾ ਹੀ ਹੈ, ਯਾਨੀ ਅਜਿਹਾ ਨਹੀਂ ਹੈ ਕਿ ਕਣ ਕਣ 'ਚ ਪਰਮਾਤਮਾ ਹੈ। ਕੋਈ ਪਰਮਾਤਮਾ ਵੱਖਰੇ ਤੌਰ ਤੇ ਉਹਨਾਂ ਦੇ ਅੰਦਰ ਬੈਠਾ ਹੋਇਆ ਹੈ, ਕਣ ਕੋਈ ਉਸ ਨੂੰ ਬਾਹਰ ਤੋਂ ਘੇਰੇ ਹੋਏ ਹਨ, ਅਜਿਹਾ ਨਹੀਂ ਹੈ। ਜੋ ਹੈ ਉਹ ਪਰਮਾਤਮਾ ਹੈ, ਜੋ ਹੈ ਇਹਦਾ ਹੀ ਪ੍ਰੇਮ 'ਚ ਦਿੱਤਾ ਗਿਆ ਨਾਂ ਪਰਮਾਤਮਾ ਹੈ, ਜੋ ਹੈ ਉਹਦਾ ਹੀ ਨਾਂ ਸੱਚ ਹੈ। ਪ੍ਰੇਮ ਵਿੱਚ ਅਸੀਂ ਉਹਨੂੰ ਪਰਮਾਤਮਾ ਕਹਿੰਦੇ ਹਾਂ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਲਈ ਮੈਂ ਤੁਹਾਨੂੰ ਨਹੀਂ ਕਹਿੰਦਾ ਕਿ ਤੁਸੀਂ ਸਭ ਪਰਮਾਤਮਾ ਦੇਖਣਾ ਸ਼ੁਰੂ ਕਰੋ, ਮੈਂ ਤੁਹਾਨੂੰ ਕਹਿੰਦਾ ਕਿ ਤੁਸੀਂ ਆਪਣੇ ਵਿੱਚ ਦੇਖਣਾ ਸ਼ੁਰੂ ਕਰੋ। ਦੇਖਦਿਆਂ ਹੀ ਤੁਸੀਂ ਮਿਟ ਜਾਓਗੇ, ਤੁਹਾਡੇ ਮਿਟਦਿਆਂ ਹੀ ਜੋ ਦਿਖਾਈ ਦੇਗਾ ਉਹ ਪਰਮਾਤਮਾ ਹੈ। ਇੱਕ ਹੋਰ ਮਿੱਤਰ ਨੇ ਪੁੱਛਿਆ ਹੈ ਕਿ ਜੇਕਰ ਧਿਆਨ ਤੋਂ ਸਮਾਧੀ 'ਚ ਜਾਇਆ ਜਾ ਸਕਦਾ ਹੈ, ਸਮਾਧੀ ਤੋਂ ਪਰਮਾਤਮਾ ਨੂੰ ਜਾਣਿਆ ਜਾ ਸਕਦਾ ਹੈ, ਤੇ ਫਿਰ ਅੱਜ ਕੱਲ੍ਹ ਦੇ ਮੰਦਿਰਾਂ 'ਚ ਜਾਣਾ ਵਿਅਰਥ ਹੈ ਤੇ ਉਹਨਾਂ ਨੂੰ ਹਟਾ ਦੇਣਾ ਚਾਹੀਦਾ ਹੈ। ਮੰਦਿਰਾਂ 'ਚ ਜਾਣਾ ਤਾਂ ਵਿਅਰਥ ਹੈ, ਹਟਾਉਣ ਦੀ ਕੋਸ਼ਿਸ਼ ਵੀ ਓਨੀ ਵਿਅਰਥ ਹੈ। ਜਿਨ੍ਹਾਂ ਵਿੱਚ ਭਗਵਾਨ ਹੈ ਹੀ ਨਹੀਂ, ਉਹਨਾਂ ਨੂੰ ਹਟਾਉਣ ਦੇ ਝੰਜਟ ਵਿੱਚ ਵੀ ਕਿਸੇ ਨੂੰ ਨਹੀਂ ਪੈਣਾ ਚਾਹੀਦਾ। ਉਹ ਵਿਚਾਰੇ ਜਿੱਥੇ ਹਨ ਉਹਨਾਂ ਨੂੰ ਹਟਾਉਣ ਦਾ ਕੀ ਸਵਾਲ ਹੈ। ਤੇ ਅਕਸਰ ਇਹ ਦਿੱਕਤ ਹੁੰਦੀ ਹੈ, ਜਿਵੇਂ ਕਿ ਮੁਹੰਮਦ ਨੇ ਲੋਕਾਂ ਨੂੰ ਕਿਹਾ ਕਿ ਮੂਰਤੀ ਵਿੱਚ ਪਰਮਾਤਮਾ ਨਹੀਂ ਹੈ, ਤਾਂ ਮੁਸਲਮਾਨਾਂ ਨੇ ਸੋਚਿਆ ਮੂਰਤੀਆਂ ਨੂੰ ਮਿਟਾ ਸੁੱਟਣਾ ਚਾਹੀਦਾ। ਤਦ ਇੱਕ ਬੜੇ ਕਮਾਲ ਦਾ ਕੰਮ ਸ਼ੁਰੂ ਹੋਇਆ। ਦੁਨੀਆ ਵਿੱਚ ਇੱਕ ਪਾਸੇ ਮੂਰਤੀਆਂ ਨੂੰ ਬਣਾਉਣ ਵਾਲੇ ਪਾਗਲ ਹੈ, ਦੂਜੇ ਪਾਸੇ ਮੂਰਤੀਆਂ ਨੂੰ ਮਿਟਾਉਣ ਵਾਲੇ ਪਾਗਲਾਂ ਦੀ ਜਮਾਤ ਖੜੀ ਹੋ ਗਈ। ਹੁਣ ਮੂਰਤੀ ਨੂੰ ਬਣਾਉਣ ਵਾਲਾ ਮੂਰਤੀ ਬਣਾਉਣ 'ਚ ਪਰੇਸ਼ਾਨ ਹੈ ਤੇ ਮੂਰਤੀ ਨੂੰ ਮਿਟਾਉਣ ਵਾਲਾ ਦਿਨ ਰਾਤ ਇਸ ਤੋੜ ਭੰਨ ਵਿੱਚ ਲੱਗਿਆ ਕਿ ਮੂਰਤੀ ਨੂੰ ਕਿਵੇਂ ਮਿਟਾ ਦੇਵੇ। ਹੁਣ ਕੋਈ ਪੁੱਛੇ ਕਿ ਮੁਹੰਮਦ ਨੇ ਇਹ ਕਦ ਕਿਹਾ ਸੀ ਕਿ ਮੂਰਤੀ ਨੂੰ ਤੋੜ ਦੇਣ ਵਿੱਚ ਭਗਵਾਨ ਹੈ। ਮੂਰਤੀ 'ਚ ਨਹੀਂ ਹੋਏਗਾ, ਪਰ ਮੂਰਤੀ ਨੂੰ ਤੋੜ ਦੇਣ ਵਿੱਚ ਹੈ। ਇਹ ਕਿਸ ਨੇ ਕਿਹਾ? ਤੇ ਜੇਕਰ ਮੂਰਤੀ ਨੂੰ ਤੋੜ ਦੇਣ 'ਚ ਭਗਵਾਨ ਹੈ ਤੇ ਫਿਰ ਮੂਰਤੀ ਦੇ ਹੋਣ ਵਿੱਚ ਕੀ ਕਠਿਨਾਈ ਹੈ? ਉਸ 'ਚ ਭਗਵਾਨ ਵੀ ਹੋ ਸਕਦਾ ਹੈ। ਜੇਕਰ ਨਹੀਂ ਹੋਏਗਾ ਤਾਂ ਤੋੜਨ 'ਚ ਕਿਵੇਂ ਹੋ ਜਾਏਗਾ? ਮੈਂ ਨਹੀਂ ਕਹਿੰਦਾ ਕਿ ਮੰਦਿਰਾਂ ਨੂੰ ਹਟਾ ਦੇਣਾ ਚਾਹੀਦਾ, ਮੈਂ ਇਹ ਕਹਿੰਦਾ ਕਿ ਇਸ ਸੱਚ ਨੂੰ ਜਾਣਨਾ ਚਾਹੀਦਾ ਹੈ ਕਿ ਉਹ ਹਰ ਥਾਂ ਹੈ, ਤੇ ਜਦ ਅਸੀਂ ਇਸ ਸਭ ਨੂੰ ਜਾਣਾਂਗੇ ਤਾਂ ਸਭ ਕੁਝ ਹੀ ਉਹਦਾ ਮੰਦਿਰ ਹੋ ਜਾਏਗਾ। ਤਦ ਮੰਦਿਰ ਤੇ ਗੈਰ ਮੰਦਿਰ ਨੂੰ ਵੱਖ ਕਰਨਾ ਮੁਸ਼ਕਿਲ ਹੋਏਗਾ। ਤਦ ਜਿੱਥੇ ਅਸੀਂ ਖੜੇ ਹੋਵਾਂਗੇ ਉੱਥੇ ਉਹਦਾ ਮੰਦਿਰ ਹੋਏਗਾ, ਜਿੱਥੇ ਅੱਖ ਚੁੱਕਾਂਗੇ ਉੱਥੇ ਉਹਦਾ ਮੰਦਿਰ ਹੋਏਗਾ, ਜਿੱਥੇ ਬੈਠਾਂਗੇ ਉੱਥੇ ਉਹਦਾ ਮੰਦਿਰ ਹੋਏਗਾ। ਤਦ ਦੁਨੀਆ 'ਚ ਤੀਰਥ ਨਹੀਂ ਰਹਿ ਜਾਣਗੇ, ਕਿਉਂਕਿ ਪੂਰੀ ਦੁਨੀਆ ਉਹਦਾ ਤੀਰਥ ਹੋਏਗੀ। ਤਦ ਉਹਦੀਆਂ ਵੱਖ-ਵੱਖ ਮੂਰਤੀਆਂ ਢਾਲਣਾ ਵਿਅਰਥ ਹੋ ਜਾਏਗਾ, ਕਿਉਂਕਿ ਤਦ ਜੋ ਵੀ ਹੈ ਉਹਦੀ ਹੀ ਮੂਰਤੀ ਹੋਏਗੀ। ਮੈਂ ਜੋ ਕਹਿ ਰਿਹਾ ਉਹ ਇਹ ਨਹੀਂ ਕਹਿ ਰਿਹਾ ਕਿ ਜਾ ਕੇ ਮੰਦਿਰ ਮਿਟਾਉਣ 'ਚ ਲੱਗੋ ਜਾਂ ਮੰਦਿਰ ਹਟਾਉਣ 'ਚ ਲੱਗੋ ਜਾਂ ਕਿਸੇ ਨੂੰ ਸਮਝਾਉਣ ਜਾਓ ਕਿ ਮੰਦਿਰ ਨਾ ਜਾਓ, ਕਿਉਂਕਿ ਮੈਂ ਕਦੇ ਨਹੀਂ ਕਿਹਾ ਕਿ ਮੰਦਿਰ 'ਚ ਭਗਵਾਨ ਨਹੀਂ ਹੈ। ਮੈਂ ਸਿਰਫ ਇਹ ਕਹਿ ਰਿਹਾ ਕਿ ਜੋ ਮੰਦਿਰ ਵਿੱਚ ਹੀ ਦੇਖਦਾ ਉਹਨੂੰ ਭਗਵਾਨ ਦਾ ਕੋਈ ਪਤਾ ਨਹੀਂ ਹੈ। ਜਿਹਨੂੰ ਭਗਵਾਨ ਦਾ ਪਤਾ ਹੋਏਗਾ ਉਹਦੇ ਲਈ ਤਾਂ ਹਰ ਥਾਂ ਭਗਵਾਨ ਹੋਏਗਾ, ਮੰਦਿਰ ਵਿੱਚ ਵੀ। ਜਿੱਥੇ ਮੰਦਿਰ ਨਹੀਂ ਹੈ ਉਸ ਲਈ ਉੱਥੇ ਵੀ। ਤਾਂ ਉਦੋਂ ਫਰਕ ਕਿਵੇਂ ਕਰੇਗਾ ਕਿ ਕਿਹੜਾ ਮੰਦਿਰ ਹੈ ਕਿਹੜਾ ਮੰਦਿਰ ਨਹੀਂ ਹੈ? ਕਿਉਂਕਿ ਮੰਦਿਰ ਅਸੀਂ ਉਹਨੂੰ ਕਹਿੰਦੇ ਹਾਂ ਜਿੱਥੇ ਭਗਵਾਨ ਹੈ, ਤੇ ਜਦ ਹਰ ਥਾਂ ਭਗਵਾਨ ਹੈ ਤੇ ਹਰ ਥਾਂ ਹੀ ਮੰਦਿਰ ਹੈ। ਫਿਰ ਵੱਖਰੇ ਤੌਰ ਤੇ ਮੰਦਿਰ ਬਣਾਉਣ ਦੀ ਲੋੜ ਨਹੀਂ ਰਹਿ ਜਾਏਗੀ ਤੇ ਮੰਦਿਰ ਤੋੜਨ ਦੀ ਵੀ ਲੋੜ ਨਹੀਂ ਰਹਿ ਜਾਏਗੀ। ਅਕਸਰ ਇਹ ਭੁੱਲ ਹੋ ਜਾਂਦੀ ਹੈ, ਅਕਸਰ ਇਹ ਭੁੱਲ ਹੁੰਦੀ ਹੈ ਕਿ ਚੀਜ਼ਾਂ ਨੂੰ ਸਮਝਣ ਦੀ ਥਾਂ ਅਸੀਂ ਉਲਟੀ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰ ਦਿੰਦੇ ਹਾਂ, ਬਜਾਏ ਇਹਦੇ ਕਿ ਅਸੀਂ ਸਮਝ ਸਕੀਏ ਕਿ ਮੈਂ ਕੀ ਕਹਿ ਰਿਹਾ, ਕਿਹਨੂੰ ਹਟਾਉਣਾ ਹੈ, ਕਿਹਨੂੰ ਤੋੜਨਾ ਹੈ, ਕਿਹਨੂੰ ਮਿਟਾਉਣਾ ਹੈ। ਇਸ 'ਚ ਅਸੀਂ ਵਧੇਰੇ ਤਾਂਘਵਾਨ ਹੋ ਜਾਂਦੇ ਹਾਂ ਕਿ ਕੀ ਹੈ ਉਹਨੂੰ ਸਮਝਣ ਦੀ, ਤੇ ਇਹ ਲਗਾਤਾਰ ਭੁੱਲ ਹੁੰਦੀ ਰਹਿੰਦੀ ਹੈ। ਬੰਦੇ ਨੇ ਜੋ ਬੁਨਿਆਦੀ ਭੁੱਲਾਂ ਕੀਤੀਆਂ ਹਨ ਉਹਨਾਂ 'ਚ ਇੱਕ ਇਹ ਵੀ ਹੈ ਕਿ ਜਦ ਵੀ ਉਹਨੂੰ ਕੁਝ ਕਿਹਾ ਜਾਂਦਾ ਹੈ ਤਦ ਉਸੇ ਵੇਲੇ ਪਤਾ ਨਹੀਂ ਕੀ ਸੁਣ ਲੈਂਦਾ ਹੈ ਜੋ ਕਿਹਾ ਹੀ ਨਹੀਂ ਗਿਆ ਸੀ। ਹੁਣ ਮੈਨੂੰ ਕੋਈ ਮੰਦਿਰ ਦਾ ਦੁਸ਼ਮਣ ਸਮਝ ਸਕਦਾ ਹੈ, ਪਰ ਮੈਥੋਂ ਵੱਧ ਮੰਦਿਰ ਨੂੰ ਪ੍ਰੇਮ ਕਰਨ ਵਾਲਾ ਆਦਮੀ ਪਾਉਣਾ ਮੁਸ਼ਕਿਲ ਹੈ। ਇਹ ਮੈਂ ਕਿਉਂ ਕਹਿਣਾ? ਇਹ ਮੈਂ ਇਸ ਲਈ ਕਹਿਣਾ ਕਿ ਮੈਂ ਤਾਂ ਸਾਰੀ ਪ੍ਰਿਥਵੀ ਨੂੰ ਹੀ ਮੰਦਿਰ ਦੇਖਿਆ, ਸਭ ਕੁਝ ਮੰਦਿਰ ਹੋ ਸਕੇ ਇਹਦੀ ਫਿਕਰ 'ਚ ਲੱਗਿਆ। ਪਰ ਮੇਰੀ ਗੱਲ ਸੁਣ ਕੇ ਕੋਈ ਇਹ ਸਮਝ ਸਕਦਾ ਹੈ ਕਿ ਇਹ ਜੋ ਛੋਟੇ-ਛੋਟੇ ਮੰਦਿਰ ਬਣੇ ਆ ਉਹਨਾਂ ਨੂੰ ਮਿਟਾ ਦਿਓ ਤਾਂ ਸਭ ਕੰਮ ਪੂਰਾ ਹੋ ਜਾਏਗਾ। ਉਹਨਾਂ ਨੂੰ ਮਿਟਾ ਦੇਣ ਨਾਲ ਕੰਮ ਪੂਰਾ ਨਹੀਂ ਹੋ ਜਾਏਗਾ, ਸਾਰੇ ਜੀਵਨ ਨੂੰ ਮੰਦਿਰ ਬਣਾ ਲੈਣ ਨਾਲ ਕੰਮ ਪੂਰਾ ਹੋਏਗਾ।
ਇਹ ਦੋਵੇਂ ਵਿਅਕਤੀ ਗਲਤ ਹਨ। ਜੋ ਮੰਦਰ ਵਿੱਚ ਹੀ ਭਗਵਾਨ ਨੂੰ ਦੇਖ ਰਿਹਾ ਹੈ, ਉਹ ਇਹ ਗਲਤੀ ਕਰ ਰਿਹਾ ਹੈ ਕਿ ਬਾਕੀ ਚੋਂ ਕਿਹਨੂੰ ਦੇਖ ਰਿਹਾ ਹੈ, ਮੰਦਰ ਦੇ ਬਾਹਰ ਕਿਹਨੂੰ ਦੇਖ ਰਿਹਾ ਹੈ। ਮੰਦਰ ਉਹਦਾ ਬੜਾ ਛੋਟਾ ਹੈ, ਭਗਵਾਨ ਬੜਾ ਵਿਰਾਟ ਹੈ। ਇਸ ਲਈ ਛੋਟੇ ਛੋਟੇ ਮੰਦਰਾਂ 'ਚ ਸਮਾ ਨਹੀਂ ਸਕਦਾ ਤੇ ਫਿਰ ਦੂਜਾ ਆਦਮੀ ਮੰਦਰਾਂ ਨੂੰ ਤੋੜਨ 'ਚ ਲੱਗ ਜਾਏ ਕਿ ਮੰਦਰਾਂ ਨੂੰ ਹਟਾਓ, ਮੰਦਰਾਂ ਨੂੰ ਮਿਟਾਓ, ਤਦ ਭਗਵਾਨ ਨੂੰ ਦੇਖ ਸਕਾਂਗੇ। ਇੰਨੇ ਛੋਟੇ ਛੋਟੇ ਮੰਦਰ ਨਾ ਤਾਂ ਭਗਵਾਨ ਦਾ ਨਿਵਾਸ ਬਣ ਸਕਦੇ ਆ ਤੇ ਨਾ ਇੰਨੇ ਛੋਟੇ ਛੋਟੇ ਮੰਦਰ ਭਗਵਾਨ ਨੂੰ ਦੇਖਣ 'ਚ ਰੁਕਾਵਟ ਬਣ ਸਕਦੇ ਆ। ਧਿਆਨ ਰੱਖਣਾ, ਇਹਨਾਂ ਦਾ ਛੋਟਾ ਹੋਣਾ ਇੰਨਾ ਛੋਟਾ ਹੈ ਕਿ ਨਾ ਤਾਂ ਉਹਦਾ ਘਰ ਬਣ ਸਕਦੇ ਆ ਤੇ ਨਾ ਹੀ ਉਹਦੀ ਜੇਲ੍ਹ ਬਣ ਸਕਦੀ ਹੈ। ਉਹਨਾਂ ਨੂੰ ਮਿਟਾਓ ਤਾਂ ਭਗਵਾਨ ਮੁਕਤ ਹੋ ਜਾਏਗਾ। ਸਮਝਣ ਦੀ ਲੋੜ ਹੈ ਮੈਂ ਕੀ ਕਹਿ ਰਿਹਾ। ਮੈਂ ਇਹ ਕਹਿ ਰਿਹਾ ਕਿ ਜੇਕਰ ਅਸੀਂ ਧਿਆਨ 'ਚ ਪ੍ਰਵੇਸ਼ ਕਰਦੇ ਹਾਂ ਤਦ ਹੀ ਅਸੀਂ ਮੰਦਰ 'ਚ ਪ੍ਰਵੇਸ਼ ਕਰਦੇ ਹਾਂ, ਕਿਉਂਕਿ ਧਿਆਨ ਹੀ ਇੱਕ ਮੰਦਰ ਹੈ ਜਿਸ ਦੀ ਕੋਈ ਕੰਧ ਨਹੀਂ ਹੈ। ਧਿਆਨ ਹੀ ਇੱਕ ਮੰਦਰ ਹੈ ਜਿੱਥੇ ਪ੍ਰਵੇਸ਼ ਪਾਉਂਦਿਆਂ ਹੀ ਵਿਅਕਤੀ ਮੰਦਰ 'ਚ ਦਾਖਲ ਹੋ ਜਾਂਦਾ ਹੈ। ਧਿਆਨ 'ਚ ਜੋ ਜੀਣ ਲੱਗਦਾ ਉਹ 24 ਘੰਟੇ ਮੰਦਰ 'ਚ ਹੀ ਜੀਣ ਲੱਗਦਾ ਹੈ, ਤੇ ਜੋ ਧਿਆਨ 'ਚ ਨਹੀਂ ਜੀਂਦਾ ਉਹ ਮੰਦਰ 'ਚ ਜਾ ਕੇ ਕੀ ਕਰੇਗਾ। ਜਿਹਨੂੰ ਅਸੀਂ ਮੰਦਰ ਕਹਿੰਦੇ ਆ ਉੱਥੇ ਵੀ ਕੀ ਕਰੇਗਾ। ਕੋਈ ਇੰਨਾ ਸੌਖਾ ਤਾਂ ਨਹੀਂ ਹੈ ਮਾਮਲਾ ਕਿ ਦੁਕਾਨ ਤੇ ਬੈਠੇ ਬੈਠੇ ਤੁਸੀਂ ਇੱਕਦਮ ਮੰਦਰ 'ਚ ਚਲੇ ਜਾਓ। ਹਾਂ, ਸਰੀਰ ਨੂੰ ਲੈ ਜਾਣਾ ਬਹੁਤ ਆਸਾਨ ਹੈ। ਸਰੀਰ ਵਿਚਾਰਾ ਬੜਾ ਸਰਲ ਹੈ, ਉਹਨੂੰ ਕਿਤੇ ਵੀ ਲੈ ਜਾਓ। ਮਨ ਇੰਨਾ ਸਰਲ ਨਹੀਂ ਹੈ। ਇੱਕ ਦੁਕਾਨਦਾਰ ਬੈਠਾ ਹੋਇਆ ਦੁਕਾਨ ਕਰ ਰਿਹਾ ਹੈ ਤੇ ਗਿਣਤੀ ਕਰ ਰਿਹਾ ਰੁਪਈਆਂ ਦੀ। ਉਹ ਚਾਹੇ ਤਾਂ ਉੱਠ ਕੇ ਉਸੇ ਵੇਲੇ ਸਰੀਰ ਨੂੰ ਮੰਦਰ 'ਚ ਲਿਜਾ ਸਕਦਾ ਹੈ, ਪਰ ਸਰੀਰ ਮੰਦਰ 'ਚ ਚਲਿਆ ਜਾਏਗਾ ਤੇ ਸਰੀਰ ਮੰਦਰ 'ਚ ਚਲਿਆ ਜਾਏਗਾ ਤੇ ਧੋਖੇ 'ਚ ਪਏਗਾ ਕਿ ਮੈਂ ਮੰਦਰ 'ਚ ਆ ਗਿਆ। ਪਰ ਆਪਣੇ ਮਨ 'ਚ ਜ਼ਰਾ ਝਾਕ ਕੇ ਦੇਖੇਗਾ ਤਾਂ ਬਹੁਤ ਹੈਰਾਨ ਹੋ ਜਾਏਗਾ ਕਿ ਮਨ ਅਜੇ ਵੀ ਦੁਕਾਨ ਤੇ ਬੈਠਾ ਹੋਇਆ ਹੈ ਤੇ ਰੁਪਇਆਂ ਦੀ ਗਿਣਤੀ ਕਰ ਰਿਹਾ ਹੈ। ਮੈਂ ਸੁਣਿਆ ਇੱਕ ਆਦਮੀ ਆਪਣੀ ਪਤਨੀ ਤੋਂ ਬਹੁਤ ਪਰੇਸ਼ਾਨ ਸੀ। ਉਂਝ ਤਾਂ ਸਾਰੇ ਆਦਮੀ ਪਰੇਸ਼ਾਨ ਰਹਿੰਦੇ ਹੈ, ਉਹ ਬਹੁਤ ਪਰੇਸ਼ਾਨ ਸੀ। ਧਾਰਮਿਕ ਆਦਮੀ ਸੀ ਤੇ ਪਤਨੀ ਬੜੀ ਅਧਾਰਮਿਕ। ਇਹ ਬੜਾ ਉਲਟਾ ਮਾਮਲਾ ਹੈ, ਹੁੰਦਾ ਅਕਸਰ ਉਲਟਾ ਹੀ ਹੈ। ਪਤਨੀ ਧਾਰਮਿਕ ਹੁੰਦੀ ਹੈ, ਪਤੀ ਅਧਾਰਮਿਕ ਹੁੰਦੇ ਹੈ, ਪਰ ਸਭ ਕੁਝ ਸੰਭਵ ਹੈ। ਉਹ ਆਦਮੀ ਤਾਂ ਧਾਰਮਿਕ ਸੀ, ਪਤਨੀ ਅਧਾਰਮਿਕ ਸੀ, ਤੇ ਮੇਰੀ ਸਮਝ 'ਚ ਅਜਿਹਾ ਹੁੰਦਾ ਹੈ ਕਿ ਦੋ ਵਿੱਚੋਂ ਇੱਕ ਹੀ ਧਾਰਮਿਕ ਹੋ ਸਕਦਾ। ਅਸਲ 'ਚ ਦੋਵੇਂ ਇਕੱਠੇ ਨਹੀਂ ਹੋ ਸਕਦੇ। ਇੱਕ ਪਾਸੇ ਜਾਏਗਾ ਤਾਂ ਦੂਜਾ ਉਹਦੇ ਉਲਟ ਜਾਏਗਾ। ਸ਼ਾਇਦ ਪਤੀ ਪਹਿਲਾਂ ਧਾਰਮਿਕ ਹੋ ਗਿਆ ਤਾਂ ਪਤਨੀ ਧਾਰਮਿਕ ਹੋਣ ਤੋਂ ਬਚ ਗਈ, ਪਰ ਪਤੀ ਰੋਜ਼ਾਨਾ ਕੋਸ਼ਿਸ਼ ਕਰਦਾ ਸੀ ਕਿ ਪਤਨੀ ਨੂੰ ਧਾਰਮਿਕ ਬਣਾਵੇ। ਧਾਰਮਿਕ ਬੰਦੇ 'ਚ ਇੱਕ ਬੁਨਿਆਦੀ ਖਰਾਬੀ ਹੁੰਦੀ ਹੈ, ਦੂਜੇ ਨੂੰ ਵੀ ਆਪਣੇ ਵਰਗਾ ਬਣਾਉਣ ਦੀ। ਇਹ ਬੜੀ ਖਤਰਨਾਕ ਗੱਲ ਹੈ। ਇਹ ਹਿੰਸਾ ਦੀ ਗੱਲ ਹੈ। ਕਿਸੇ ਨੂੰ ਆਪਣੇ ਵਰਗਾ ਬਣਾਉਣ ਦੀ ਕੋਸ਼ਿਸ਼ ਬਹੁਤ ਬੁਰੀ ਹੈ। ਕਿਸੇ ਨੂੰ ਅਸੀਂ ਆਪਣੀ ਗੱਲ ਸਮਝਾ ਦਈਏ ਇੰਨਾ ਕਾਫੀ ਹੈ, ਪਰ ਕਿਸੇ ਨੂੰ ਅਸੀਂ ਆਪਣੇ ਵਰਗਾ ਬਣਾਉਣ ਲਈ ਉਹਦੀ ਗਰਦਨ ਫੜ ਲਈਏ ਤਾਂ ਇਹ ਤਰਕੀਬ ਹੈ ਦਬਾਉਣ ਦੀ, ਸਤਾਉਣ ਦੀ, ਜਿਹਨੂੰ ਕਹਿ ਸਕਦੇ ਹਾਂ ਕਿ ਇੱਕ ਅਧਿਆਤਮਕ ਕਿਸਮ ਦੀ ਹਿੰਸਾ ਹੈ। ਸਾਰੇ ਗੁਰੂ ਇਹੀ ਕੰਮ ਕਰਦੇ ਹੈ, ਇਸ ਲਈ ਗੁਰੂਆਂ ਤੋਂ ਵੱਧ ਹਿੰਸਾਤਮਕ ਆਦਮੀ ਲੱਭਣੇ ਮੁਸ਼ਕਿਲ ਹੈ। ਕਿਸੇ ਦੀ ਗਰਦਨ ਫੜ ਕੇ ਉਹਨੂੰ ਢਾਲਣ ਦੀ ਕੋਸ਼ਿਸ਼ ਕਰਦੇ ਹੈ ਕਿ ਅਜਿਹੇ ਕੱਪੜੇ ਪਹਿਨੋ, ਅਜਿਹੇ ਵਾਲ ਰੱਖੋ, ਅਜਿਹਾ ਸਿਰ ਮਨਾਓ, ਇਹ ਕਰੋ, ਉਹ ਕਰੋ। ਸਭ ਕੁਝ ਬਿਲਕੁਲ ਥੋਪ ਦਿੰਦੇ ਹੈ ਕਿ ਇਹ ਖਾਓ, ਉਹ ਪੀਓ, ਇਸ ਤਰ੍ਹਾਂ ਬੈਠੋ। ਉਹ ਸਭ ਥੋਪ ਕੇ ਉਸ ਆਦਮੀ ਨੂੰ ਮਾਰ ਸੁੱਟਦੇ ਹੈ। ਤੇ ਪਤੀ ਬੜਾ ਚਾਹਵਾਨ ਸੀ। ਅਸਲ 'ਚ ਦੂਸਰੇ ਨੂੰ ਧਾਰਮਿਕ ਬਣਾਉਣ 'ਚ ਮਜ਼ਾ ਵੀ ਬਹੁਤ ਆਉਂਦਾ ਹੈ। ਖੁਦ ਧਾਰਮਿਕ ਬਣਨਾ ਤਾਂ ਬੜੀ ਕ੍ਰਾਂਤੀ ਦੀ ਗੱਲ ਹੈ, ਪਰ ਦੂਸਰੇ ਨੂੰ ਧਾਰਮਿਕ ਬਣਾਉਣ 'ਚ ਬੜਾ ਸੰਤੋਖ ਮਿਲਦਾ ਹੈ, ਕਿਉਂਕਿ ਦੂਸਰੇ ਨੂੰ ਧਾਰਮਿਕ ਬਣਾਉਣ 'ਚ ਅਸੀਂ ਤਾਂ ਧਾਰਮਿਕ ਪਹਿਲਾਂ ਤੋਂ ਹੀ ਮੰਨ ਲਏ ਜਾਂਦੇ ਹਾਂ। ਹੁਣ ਦੂਸਰੇ ਨੂੰ ਬਣਾਉਣ ਦੀ ਗੱਲ ਰਹਿ ਜਾਂਦੀ ਹੈ। ਪਰ ਪਤਨੀ ਸੀ ਕਿ ਸੁਣਦੀ ਨਹੀਂ ਸੀ, ਤਾਂ ਉਹਨੇ ਆਪਣੇ ਗੁਰੂ ਨੂੰ ਕਿਹਾ ਕਿ ਮੇਰੀ ਪਤਨੀ ਨੂੰ ਬਦਲ ਦਿਓ। ਇੱਕ ਦਿਨ ਮੇਰੇ ਘਰ ਆਓ ਤੇ ਮੇਰੀ ਪਤਨੀ ਨੂੰ ਸਮਝਾਓ। ਸਵੇਰੇ ਸਵੇਰੇ 5 ਵਜੇ ਹੋਣਗੇ ਕਿ ਉਹਦਾ ਗੁਰੂ ਉਹਦੀ ਪਤਨੀ ਨੂੰ ਸਮਝਾਉਣ ਉਹਦੇ ਘਰ ਆ ਗਿਆ। ਪਤਨੀ ਝਾੜੂ ਲਾ ਰਹੀ ਸੀ, ਘਰ ਦੇ ਬਾਹਰ ਦੀਆਂ ਪੌੜੀਆਂ ਸਾਫ਼ ਕਰ ਰਹੀ ਸੀ। ਗੁਰੂ ਨੇ ਉਹਨੂੰ ਉੱਥੇ ਰੋਕਿਆ ਤੇ ਕਿਹਾ ਕਿ ਮੈਂ ਸੁਣਿਆ ਕਿ ਤੇਰਾ ਪਤੀ ਕਹਿੰਦਾ ਹੈ ਕਿ ਤੂੰ ਬੜੀ ਅਧਾਰਮਿਕ ਹੈ, ਪੂਜਾ ਨਹੀਂ ਕਰਦੀ, ਪ੍ਰਾਰਥਨਾ ਨਹੀਂ ਕਰਦੀ। ਘਰ 'ਚ ਮੰਦਰ ਬਣਾਇਆ ਪਤੀ ਨੇ, ਉਸ 'ਚ ਨਹੀਂ ਜਾਂਦੀ। ਸਵੇਰ ਦੇ 5 ਵਜੇ ਹਨ, ਪਤੀ ਮੰਦਰ 'ਚ ਬੈਠੇ ਹੋਏ ਹਨ। ਜਾ ਕੇ ਪਤਨੀ ਬਾਹਰ ਸਫਾਈ ਕਰ ਰਹੀ ਹੈ ਝਾੜੂ ਨਾਲ। ਉਸ ਪਤਨੀ ਨੇ ਕਿਹਾ ਕਿ ਮੇਰੇ ਪਤੀ ਕਦੇ ਮੰਦਰ 'ਚ ਗਏ ਹੋਣ, ਅਜਿਹਾ ਮੈਨੂੰ ਯਾਦ ਨਹੀਂ ਆਉਂਦਾ। ਪਤੀ ਮੰਦਰ ਵਿੱਚ ਸੀ। ਇਹ ਅੱਗ ਭੜਕ ਗਈ। ਧਾਰਮਿਕ ਆਦਮੀ ਨੂੰ ਅੱਗ ਬਹੁਤ ਛੇਤੀ ਭੜਕਦੀ ਹੈ, ਤੇ ਮੰਦਰ 'ਚ ਜੋ ਬੈਠੇ ਹਨ ਉਹਨਾਂ ਦੀ ਅੱਗ ਭੜਕਾਉਣੀ ਤਾਂ ਇੰਨੀ ਸੌਖੀ ਹੈ ਜਿਹਦਾ ਕੋਈ ਹਿਸਾਬ ਨਹੀਂ ਹੈ। ਪਤਾ ਨਹੀਂ ਇਹ ਅੱਗ ਛੁਪਾਉਣ ਲਈ ਉੱਥੇ ਬੈਠੇ ਰਹਿੰਦੇ ਹਨ ਜਾਂ ਕੀ ਕਰਦੇ ਹਨ। ਧਾਰਮਿਕ ਆਦਮੀ ਇੰਨਾ ਕ੍ਰੋਧੀ ਹੋ ਜਾਂਦਾ ਹੈ
ਕਿ ਜਿਹਦਾ ਕੋਈ ਹਿਸਾਬ ਨਹੀਂ। ਇੱਕ ਆਦਮੀ ਘਰ 'ਚ ਧਾਰਮਿਕ ਹੋ ਜਾਏ, ਸਾਰੇ ਘਰ 'ਚੋਂ ਪੱਧਰ ਹੋ ਜਾਂਦਾ ਹੈ। ਉਹਦੀ ਅੱਗ ਭੜਕ ਗਈ, ਆਪਣਾ ਮੰਤਰ ਅਜੇ ਪੂਰਾ ਹੀ ਕਰ ਰਿਹਾ ਸੀ ਤਾਂ ਉਹਨੇ ਛੇਤੀ ਛੇਤੀ ਪੂਰਾ ਕੀਤਾ ਕਿ ਇਹ ਕੀ ਸਰਾਸਰ ਝੂਠ ਹੋ ਰਿਹਾ। ਮੈਂ ਮੰਦਰ 'ਚ ਹਾਂ ਤੇ ਮੇਰੀ ਪਤਨੀ ਦਰਵਾਜ਼ੇ ਦੇ ਬਾਹਰ ਮੇਰੇ ਗੁਰੂ ਨੂੰ ਕਹਿ ਰਹੀ ਹੈ ਕਿ ਉਹ ਕਦੇ ਮੰਦਰ 'ਚ ਗਏ ਹੋਣ, ਅਜਿਹਾ ਮੈਨੂੰ ਪਤਾ ਨਹੀਂ। ਗੁਰੂ ਨੇ ਕਿਹਾ, ਕੀ ਕਹਿ ਰਹੀ ਹੈ? ਉਹ ਤਾਂ ਲਗਾਤਾਰ ਮੰਦਰ 'ਚ ਜਾਂਦੇ ਹਨ। ਤਾਂ ਪਤੀ ਨੇ ਉੱਥੋਂ ਜ਼ੋਰ ਨਾਲ ਰਾਮ ਰਾਮ ਦੀ ਰੱਟ ਲਾਈ ਤਾਂ ਜੋ ਬਾਹਰ ਗੁਰੂ ਸੁਣ ਲੈਣ। ਗੁਰੂ ਨੇ ਕਿਹਾ, ਦੇਖ ਉਹ ਇੰਨੇ ਜ਼ੋਰ ਨਾਲ ਰਾਮ ਰਾਮ ਦੀ ਰੱਟ ਲਾ ਰਿਹਾ। ਉਹਦੀ ਪਤਨੀ ਨੇ ਕਿਹਾ, ਇਸ ਰੱਟ ਤੋਂ ਤੁਸੀਂ ਵੀ ਧੋਖੇ ਚਾਹੁੰਦੇ ਹੋ, ਹੱਦ ਹੋ ਗਈ। ਜਿੱਥੋਂ ਤੱਕ ਮੈਂ ਸਮਝਦੀ ਹਾਂ ਰੱਟ ਤਾਂ ਉਹ ਲਾ ਰਹੇ ਹਨ, ਪਰ ਜਿੱਥੋਂ ਤੱਕ ਮੈਂ ਸਮਝਦੀ ਹਾਂ ਮੰਦਰ ਉਹ ਨਹੀਂ ਗਏ। ਉਹ ਚਮਾਰ ਦੀ ਇੱਕ ਦੁਕਾਨ ਤੇ ਗਏ ਹੋਏ ਸਨ ਤੇ ਜੁੱਤੀ ਖਰੀਦ ਰਹੇ ਹਨ। ਪਤੀ ਦੀ ਤਾਂ ਹੱਦ ਹੋ ਗਈ, ਗੁੱਸੇ ਦੀ ਹੱਦ ਤੋਂ ਬਾਹਰ ਹੋ ਗਈ ਗੱਲ। ਮੰਤਰ ਛੱਡ ਕੇ ਬਾਹਰ ਦੌੜਦਾ ਆਇਆ ਤੇ ਕਿਹਾ ਕਿ ਕੀ ਸਰਾਸਰ ਝੂਠ ਹੋ ਰਿਹਾ। ਮੈਂ ਮੰਦਰ 'ਚ ਬੈਠਾ ਪ੍ਰਾਰਥਨਾ ਕਰ ਰਿਹਾ। ਉਹਦੀ ਪਤਨੀ ਨੇ ਕਿਹਾ, ਜ਼ਰਾ ਹੋਰ ਗੌਰ ਨਾਲ ਦੇਖੋ, ਸੱਚਮੁੱਚ ਤੁਸੀਂ ਪ੍ਰਾਰਥਨਾ ਕਰ ਰਹੇ ਸੀ? ਜੁੱਤੀਆਂ ਦੀ ਦੁਕਾਨ ਤੇ ਜੁੱਤੀ ਨਹੀਂ ਖਰੀਦ ਰਹੇ ਸੀ? ਝਗੜਾ ਨਹੀਂ ਹੋ ਗਿਆ ਸੀ ਜੁੱਤੀਆਂ ਵਾਲੇ ਨਾਲ? ਪਤੀ ਇੱਕਦਮ ਹੈਰਾਨ ਹੋਇਆ। ਗੱਲ ਇਹੀ ਸੀ। ਉਹਨੇ ਕਿਹਾ, ਪਰ ਤੈਨੂੰ ਇਹ ਕਿਵੇਂ ਪਤਾ ਲੱਗਿਆ? ਪਤਨੀ ਨੇ ਕਿਹਾ, ਰਾਤੀ ਜਦ ਤੁਸੀਂ ਸੁੱਤੇ ਤਾਂ ਮੈਨੂੰ ਇਹੀ ਕਹਿੰਦੇ ਹੋਏ ਸੁੱਤੇ ਸੀ ਕਿ ਕੱਲ ਸਵੇਰੇ ਜਾ ਕੇ ਜੁੱਤੀ ਖਰੀਦਣੀ ਹੈ। ਬੜਾ ਮਹਿੰਗਾ ਭਾਅ ਦੱਸ ਰਿਹਾ, ਬਿਨਾਂ ਜੁੱਤੀ ਦੇ ਹੀ ਬਹੁਤ ਦਿਨਾਂ ਤੋਂ ਕੰਮ ਚਲਾ ਰਿਹਾ, ਕੱਲ ਸਵੇਰੇ ਜੁੱਤੀ ਖਰੀਦਣੀ ਹੀ ਹੈ। ਤਾਂ ਪਤਨੀ ਨੇ ਕਿਹਾ ਕਿ ਮੇਰਾ ਅਨੁਭਵ ਇਹ ਹੈ ਕਿ ਰਾਤੀ ਸੌਣ ਵੇਲੇ ਜੋ ਆਖਰੀ ਖਿਆਲ ਹੁੰਦਾ ਹੈ, ਸਵੇਰੇ ਉੱਠਦੇ ਸਮੇਂ ਪਹਿਲਾ ਖਿਆਲ ਉਹੀ ਹੁੰਦਾ ਹੈ। ਮੈਂ ਸਿਰਫ ਅੰਦਾਜ਼ੇ ਨਾਲ ਕਿਹਾ ਹੈ ਕਿ ਇਸ ਸਮੇਂ ਜੁੱਤੀਆਂ ਦੀ ਦੁਕਾਨ ਤੇ ਹੋਣੇ ਚਾਹੀਦੇ ਹਨ। ਤੇ ਪਤੀ ਨੇ ਕਿਹਾ ਕਿ ਹੁਣ ਮੈਂ ਕੁਝ ਨਹੀਂ ਕਹਿ ਸਕਦਾ ਤੇ ਗੱਲ ਇਹੀ ਸੱਚ ਹੈ। ਮੈਂ ਜ਼ੋਰ ਨਾਲ ਰਾਮ ਰਾਮ ਕਹਿ ਰਿਹਾ ਸੀ, ਪਰ ਜਦ ਇਹਨੇ ਕਿਹਾ ਕਿ ਮੈਂ ਜੁੱਤੀਆਂ ਦੀ ਦੁਕਾਨ ਤੇ ਸੀ ਤੇ ਜੁੱਤੀ ਫਿਰ ਮਹਿੰਗੀ ਦੱਸ ਰਿਹਾ ਸੀ ਚਮਾਰ, ਤਾਂ ਮੈਂ ਉਹਦੀ ਗਰਦਨ ਫੜ ਲਈ। ਝਗੜਾ ਹੋ ਗਿਆ ਤੇ ਉਸ ਝਗੜੇ 'ਚ ਹੋਰ ਜ਼ੋਰ ਨਾਲ ਰਾਮ ਕਹਿ ਰਿਹਾ ਸੀ। ਉਹ ਅੰਦਰ ਜੋ ਝਗੜਾ ਚੱਲ ਰਿਹਾ ਸੀ, ਇਹ ਠੀਕ ਹੀ ਕਹਿੰਦੀ ਹੈ, ਸ਼ਾਇਦ ਇਹ ਠੀਕ ਹੀ ਕਹਿੰਦੀ ਹੈ। ਮੈਂ ਮੰਦਰ ਕਦੇ ਨਹੀਂ ਗਿਆ। ਧੰਨਵਾਦ।